हाँ जी, सत श्री अकाल जी सारिਆਂ ਨੂੰ। ਤੇ ਅੱਜ ਆਪਾਂ ਜਿਹੜਾ ਤੁਹਾਨੂੰ ਚੈਪਟਰ ਸਭ ਤੋਂ ਜ਼ਿਆਦਾ ਤੰਗ ਕਰਦਾ ਹੈ ਨਾ ਵੀ ਜਮੀ ਬਸ ਸਮਝ ਨਹੀਂ ਆਉਂਦਾ ਵੀ ਹੁੰਦਾ ਕੀ ਹੈ ਕੰਪਾਊਂਡ ਇੰਟਰਸਟ ਹੈ ਨਾ, ਉਹਨੂੰ ਇੰਨਾ ਕੁ ਜ਼ਿਆਦਾ ਸੌਖਾ ਕਰ ਦਾਂਗੇ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਡਾਊਟ ਹੀ ਨਹੀਂ ਰਹਿਣਾ। ਠੀਕ ਹੈ, ਆਪਾਂ 2 ਜਾਂ 3 ਵੀਡੀਓ ਦੇ ਵਿੱਚ ਕਵਰ ਕਰਾਂਗੇ। ਪਹਿਲੀ ਵੀਡੀਓ ਦੇ ਵਿੱਚ ਸਿਰਫ ਇਹਨੂੰ ਕਨਸੈਪਟ ਇਹਦੇ ਤੇ ਦੂਜੀ ਵੀਡੀਓ ਤੇ ਤੀਜੀ ਵੀਡੀਓ ਦੇ ਵਿੱਚ ਆਪਾਂ ਇਹਦੇ ਕੁਐਸਚਨ ਕਵਰ ਕਰਾਂਗੇ। ਠੀਕ ਹੈ, ਚਲੋ। ਤਾਂ ਜਦੋਂ ਵੀ ਮੈਂ ਪੁੱਛਦਾ ਹੁੰਦਾ ਕੰਪਾਊਂਡ ਇੰਟਰਸਟ ਕੀ ਹੁੰਦਾ ਹੈ ਤਾਂ ਸਾਰਿਆਂ ਦਾ ਆਨਸਰ ਇੱਕੋ ਆਉਂਦਾ ਹੁੰਦਾ, ਸਰ ਜੀ ਇੰਟਰਸਟ ਦੇ ਉੱਪਰ ਇੰਟਰਸਟ। ਤਾਂ ਇਹ ਬਿਲਕੁਲ ਗਲਤ ਡੈਫੀਨੇਸ਼ਨ ਹੈ। ਕੰਪਾਊਂਡ ਇੰਟਰਸਟ ਦੇ ਉੱਪਰ ਇੰਟਰਸਟ ਨਹੀਂ ਹੁੰਦਾ। ਕੰਪਾਊਂਡ ਇੰਟਰਸਟ ਕੀ ਹੁੰਦਾ, ਜਿੰਨੇ ਰੁਪਏ ਖੜੇ ਨੇ ਉਹਦੇ ਉੱਪਰ ਇੰਟਰਸਟ, ਆਊਟਸਟੈਂਡਿੰਗ ਦੇ ਉੱਪਰ ਇੰਟਰਸਟ। ਠੀਕ ਹੈ, ਚਲੋ ਦੇਖਦੇ ਹਾਂ। ਬਹੁਤ ਤਰੀਕੇ ਨੇ ਕੰਪਾਊਂਡ ਇੰਟਰਸਟ ਕੈਲਕੂਲੇਟ ਕਰਨ ਦੇ, ਬਹੁਤ ਜ਼ਿਆਦਾ। ਠੀਕ ਹੈ, ਆਪਾਂ ਸਾਰੀ ਡਿਸਕਸ ਕਰ ਲਾਂਗੇ। ਤਾਂ ਆਪਾਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਮੰਨ ਕੇ ਚੱਲੋ ਮੈਂ ਕਿਸੇ ਬੰਦੇ ਤੋਂ 10,000 ਰੁਪਇਆ ਲੈਤਾ, ਕਿਸੇ ਬੰਦੇ ਤੋਂ ਮੈਂ 10,000 ਰੁਪਇਆ ਲੈਤਾ, 10% ਰੇਟ ਆਫ ਇੰਟਰਸਟ ਲੈ ਲੈਤਾ ਤੇ 2 ਸਾਲ ਲਈ ਲੈਤਾ। ਤਾਂ ਮੈਂ ਕੰਪਾਊਂਡ ਇੰਟਰਸਟ ਦੱਸਣਾ। ਤਾਂ ਮੈਂ ਕੀ ਦੱਸਣਾ? ਕੰਪਾਊਂਡ ਇੰਟਰਸਟ। ਤਾਂ ਮੈਂ ਕੀ ਦੱਸਣਾ? ਕੰਪਾਊਂਡ ਇੰਟਰਸਟ। ਦੇਖੋ ਆਪਾਂ ਇਹ ਕੁਐਸਚਨ ਨੂੰ ਕਿਵੇਂ ਕਿਵੇਂ ਕਰ ਸਕਦੇ ਹਾਂ, ਆਪਾਂ ਸਾਰੇ ਤਰੀਕੇ ਸਿੱਖ ਲਾਂਗੇ। ਠੀਕ ਹੈ, ਇੱਕੇ ਕੁਐਸਚਨ ਨੂੰ ਕਰਨ ਦਾ ਪਹਿਲਾ ਤਰੀਕਾ ਹੈ ਕੁਐਸਚਨ ਨੂੰ ਕਰਨ ਦਾ ਜਮਾ ਸਿੰਪਲ। ਕੰਪਾਊਂਡ ਇੰਟਰਸਟ ਕੀ ਹੁੰਦਾ ਹੈ? ਸਰ ਜੀ ਜਿੰਨੇ ਰੁਪਏ ਖੜੇ ਨੇ ਉਹਦੇ ਉੱਪਰ ਇੰਟਰਸਟ, ਆਊਟਸਟੈਂਡਿੰਗ ਦੇ ਉੱਪਰ ਇੰਟਰਸਟ। ਤਾਂ ਸਟਾਰਟਿੰਗ ਦੇ ਵਿੱਚ ਪਹਿਲੇ ਸਾਲ ਤਾਂ 10,000 ਰੁਪਏ ਖੜਿਆ ਸੀ, ਕਿਉਂਕਿ ਮੈਂ 10,000 ਲਿੱਤਾ ਸੀ। ਤਾਂ ਪਹਿਲੇ ਸਾਲ ਇਹਦੇ ਉੱਪਰ ਹੀ ਇੰਟਰਸਟ ਲੱਗੂ। ਕਿੰਨੇ ਪਰਸੈਂਟ? 10%। ਤਾਂ 10,000 ਦਾ 10% ਕਿੰਨਾ ਹੁੰਦਾ ਹੈ ਸਰ ਜੀ? 1000। ਤਾਂ 1000 ਰੁਪਇਆ ਇੰਟਰਸਟ ਲੱਗ ਗਿਆ। ਹੁਣ ਕਿੰਨੇ ਰੁਪਏ ਦੇਣੇ ਨੇ? ਕਿੰਨੇ ਰੁਪਏ ਹੋ ਗਏ ਜਿਹੜੇ ਮੈਂ 1 ਸਾਲ ਬਾਅਦ ਦੇਣੇ ਨੇ? ਆਹ ਦੇਖੋ ਸਟਾਰਟਿੰਗ ਦੀ ਗੱਲ ਆ, 1 ਸਾਲ ਬਾਅਦ, 1 ਸਾਲ ਦੀ ਗੱਲ ਹੋ ਗਈ। 1 ਸਾਲ ਬਾਅਦ ਮਤਲਬ ਇਹਨੂੰ ਆਪਾਂ ਲਿਖ ਦਿੰਦੇ ਹਾਂ ਪ੍ਰਿੰਸੀਪਲ, ਇਹਨੂੰ ਆਪਾਂ ਲਿਖ ਦਿੰਦੇ ਹਾਂ A1 ਦੀ ਅਮਾਊਂਟ 1 ਸਾਲ ਬਾਅਦ। 1 ਸਾਲ ਬਾਅਦ ਕਿੰਨੇ ਰੁਪਏ ਦੇਣੇ ਨੇ? 1000 ਰੁਪਏ ਆਪਾਂ ਨੇ ਪ੍ਰਿੰਸੀਪਲ, ਸੌਰੀ 10,000 ਪ੍ਰਿੰਸੀਪਲ, 1000 ਰੁਪਇਆ ਇੰਟਰਸਟ। ਆਪਾਂ ਨੇ ਕਿੰਨੇ ਰੁਪਏ ਦੇਣੇ ਨੇ ਬੋਲੋ? 11,000। ਹੁਣ ਜੇ ਮੈਂ ਗੱਲ ਕਰਾਂ ਅਗਲੇ ਸਾਲ ਦੀ ਤਾਂ ਸਰ ਜੀ ਇੰਟਰਸਟ ਹੁਣ ਇਹਦੇ ਉੱਪਰ ਕੈਲਕੂਲੇਟ ਕਰਾਂਗੇ? ਨਾ ਜੀ ਨਾ, ਇਹ ਸਿੰਪਲ ਇੰਟਰਸਟ ਥੋੜ੍ਹੀ ਹੈ ਵੀ ਹਮੇਸ਼ਾ ਪ੍ਰਿੰਸੀਪਲ ਉੱਪਰ ਕੈਲਕੂਲੇਟ ਕਰਾਂਗੇ। ਇਹ ਕੀ ਹੈ? ਕੰਪਾਊਂਡ ਇੰਟਰਸਟ। ਤਾਂ ਕੰਪਾਊਂਡ ਇੰਟਰਸਟ ਕੀ ਹੈ ਨਾ? ਆਊਟਸਟੈਂਡਿੰਗ, ਜਿੰਨੇ ਰੁਪਏ ਖੜੇ ਨੇ। ਹੁਣ 11,000 ਖੜੇ ਆ ਆਪਣਾ। ਠੀਕ ਹੈ, ਆਪਾਂ ਨੇ ਉਹਨੂੰ 11,000 ਦੇਣਾ ਹੈ। ਤਾਂ ਹੁਣ ਉਹ ਇੰਟਰਸਟ 11,000 ਉੱਪਰ ਕੈਲਕੂਲੇਟ ਕਰੂਗਾ। ਕਿੰਨੇ ਪਰਸੈਂਟ ਨਾਲ? 10% ਨਾਲ। ਤਾਂ 11,000 ਦਾ 10% ਕਿੰਨਾ ਹੋ ਗਿਆ? 1100। ਕਿੰਨਾ ਹੋ ਗਿਆ? 1100। ਤਾਂ ਹੁਣ ਮਤਲਬ 2 ਸਾਲ ਬਾਅਦ A2 ਅਮਾਊਂਟ 2 ਸਾਲ ਬਾਅਦ ਕਿੰਨੇ ਰੁਪਏ ਦੇਵਾਂਗੇ ਆਪਾਂ ਉਹਨੂੰ? ਠੀਕ ਹੈ ਜੀ। ਦੇਖੋ ਹੁਣ ਨਾ ਆਪਣੇ ਕੰਪਾਊਂਡ ਇੰਟਰਸਟ ਪੁੱਛਿਆ ਸੀ। ਦੇਖੋ ਕੁਐਸਚਨ ਕਿਹੜੇ ਕਿਹੜੇ ਪੁੱਛ ਸਕਦਾ ਹੈ। ਜਿਵੇਂ ਤੁਹਾਨੂੰ ਆਹ 3 ਚੀਜ਼ਾਂ ਦੇ ਕੇ ਪ੍ਰਿੰਸੀਪਲ ਦੇਤੀ, ਰੇਟ ਦੇਤਾ, ਟਾਈਮ ਦੇਤਾ, ਜਿਹੜੇ ਜਿਹੜੇ ਕੁਐਸਚਨ ਪੁੱਛ ਸਕਦਾ ਮੈਂ ਉਹ ਸਾਰੇ ਲਿਖ ਦਿੰਦਾ। ਠੀਕ ਹੈ, ਵੀ ਉਰੋਂ ਤੁਹਾਨੂੰ ਕਿਹੜੇ ਕਿਹੜੇ ਕੁਐਸਚਨ ਪੁੱਛ ਸਕਦਾ ਹੈ। ਸਭ ਤੋਂ ਪਹਿਲਾ ਕੁਐਸਚਨ ਤੁਹਾਨੂੰ ਪੁੱਛ ਸਕਦਾ ਕੰਪਾਊਂਡ ਇੰਟਰਸਟ ਕਿੰਨਾ। ਦੂਜਾ ਕੁਐਸਚਨ ਤੁਹਾਨੂੰ ਪੁੱਛ ਸਕਦਾ ਅਮਾਊਂਟ ਕਿੰਨੀ ਹੈ। ਤੀਜਾ ਕੁਐਸਚਨ ਤੁਹਾਨੂੰ ਪੁੱਛ ਸਕਦਾ ਹੈ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਕਿੰਨਾ। ਹੋਰ ਵੀ ਬਹੁਤ ਕੁਐਸਚਨ ਪੁੱਛ ਸਕਦਾ। ਫਿਲਹਾਲ ਆਪਾਂ ਨਾ ਪਹਿਲਾ ਤੇ ਦੂਜਾ ਸਿਖਾਉਣਾ ਤੁਹਾਨੂੰ, ਫਿਰ ਆਪਾਂ ਜਦੋਂ ਆਪਾਂ ਕੰਸੈਪਟ ਤੇ ਆ ਗਏ ਫਿਰ ਤੁਹਾਨੂੰ ਮੈਂ ਬਹੁਤ ਲੰਮੀ ਚੌੜੀ ਲਿਸਟ ਲਿਖ ਦੂੰ, ਤੁਸੀਂ ਸਾਰੇ ਕੁਐਸਚਨ ਸੋਲਵ ਕਰ ਲਓਗੇ। ਠੀਕ ਹੈ, ਚਲੋ ਦੇਖਦੇ ਹਾਂ। ਆਪਾਂ ਨੇ ਰੁਪਏ ਲੈਤੇ 10,000, 2 ਸਾਲ ਬਾਅਦ ਅਮਾਊਂਟ ਬਣ ਗਈ 1,21,000। ਤੇ ਯਾਦ ਰੱਖੋ ਪ੍ਰਿੰਸੀਪਲ ਤੋਂ ਅਮਾਊਂਟ ਪਤਾ ਕਿਵੇਂ ਬਣਦੀ ਹੁੰਦੀ ਹੈ? ਅਮਾਊਂਟ ਕਿਹਦੇ ਬਰਾਬਰ ਹੁੰਦੀ ਹੈ? ਪ੍ਰਿੰਸੀਪਲ ਪਲੱਸ ਇੰਟਰਸਟ। ਸਿੰਪਲ ਇੰਟਰਸਟ ਵੇਲੇ ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ ਵੇਲੇ ਕੰਪਾਊਂਡ ਇੰਟਰਸਟ। ਮਤਲਬ 10,000 ਤੋਂ ਜਿਹੜਾ ਹੁਣ ਇਹ 12,100 ਹੋ ਗਿਆ, ਜਿਹੜਾ ਆਹ ਵੱਧ ਗਿਆ ਕਿੰਨੇ ਰੁਪਏ ਵੱਧ ਗਏ? 10,000 ਤੋਂ 12,000, 2,100 ਰੁਪਇਆ ਵੱਧ ਗਿਆ। ਜਿਹੜਾ 2,100 ਰੁਪਇਆ ਵੱਧ ਗਿਆ ਇਹ ਕੀ ਆ ਗਿਆ ਆਪਣੇ ਕੋਲੇ? ਕੰਪਾਊਂਡ ਇੰਟਰਸਟ। ਇਹ ਕੀ ਆ ਗਿਆ ਆਪਣੇ ਕੋਲੇ? ਕੰਪਾਊਂਡ ਇੰਟਰਸਟ। ਤਾਂ ਆਪਾਂ ਨੂੰ ਕੰਪਾਊਂਡ ਇੰਟਰਸਟ ਵੀ ਪਤਾ ਲੱਗ ਗਿਆ। ਕਿੰਨਾ ਆ ਗਿਆ ਕੰਪਾਊਂਡ ਇੰਟਰਸਟ? ਸਰ ਜੀ 2,100। ਤੇ ਆਪਾਂ ਨੂੰ ਅਮਾਊਂਟ ਵੀ ਪਤਾ ਲੱਗ ਗਈ 2 ਸਾਲ ਬਾਅਦ। 2 ਸਾਲ ਬਾਅਦ ਅਮਾਊਂਟ ਕਿੰਨੀ ਬਣ ਗਈ? 12,100। ਠੀਕ ਹੈ ਜੀ, ਸਿੰਪਲੀ ਤਰੀਕਾ ਹੈ ਵੀ 10,000 ਇਹਦੇ ਉੱਪਰ 10%, ਫਿਰ ਇਹਦੇ ਉੱਪਰ 10%, ਮਤਲਬ ਐਵੇਂ ਹੀ ਚੱਲਦਾ ਰਹਿੰਦਾ। ਹੁਣ ਤੁਸੀਂ ਕਹੋਗੇ ਸਰ ਇਹ ਤਾਂ ਸੌਖਾ ਹੀ ਬਹੁਤ ਹੈ ਵੀ ਐਵੇਂ ਹੀ ਕਰ ਲਈਏ। ਜਿਹੜਾ ਤਰੀਕਾ ਤੁਹਾਨੂੰ ਮੈਂ ਕਹੂੰ ਤੁਸੀਂ ਉਹ ਫੋਲੋ ਕਰਿਓ। ਹਜੇ ਤਾਂ ਮੈਂ ਦੱਸੀ ਜਾਣਾ ਵੀ ਐਵੇਂ ਬਹੁਤ ਤਰੀਕੇ ਨੇ ਕੰਪਾਊਂਡ ਇੰਟਰਸਟ ਲੱਭਣ ਦੇ। ਦੂਜਾ ਤਰੀਕਾ ਸਿੱਖ ਲਓ, ਦੂਜਾ ਤਰੀਕਾ ਸਿੱਖ ਲਓ। ਪ੍ਰਿੰਸੀਪਲ 10,000 ਸੀ, ਪ੍ਰਿੰਸੀਪਲ ਕਿੰਨੀ ਸੀ? 10,000। ਪ੍ਰਿੰਸੀਪਲ ਕਿੰਨੀ ਸੀ? 10,000। ਜੇ ਉਹ ਪ੍ਰਿੰਸੀਪਲ ਦੇ ਉੱਪਰ 10% ਇੰਟਰਸਟ ਲੱਗ ਗਿਆ, ਮਤਲਬ 10% ਕੱਢਾਂਗੇ ਤੇ ਉਹਦੇ ਵਿੱਚ ਕੀ ਕਰ ਦਾਂਗੇ? ਜੋੜ ਦਾਂਗੇ। ਤਾਂ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਪ੍ਰਿੰਸੀਪਲ ਹੁਣ ਆਪਦਾ 110% ਹੋ ਗਈ, है ना। देखो आ प्रिंसीपल है, ये 10% इंटरस्ट कढ़ांगे, ये जोड़ांगे तो ये आपका 110% हो जूगी। तो मैं कह सकता ये 110% कर दो,
ठीक है। असल तो ना मैं सीधा ही परसेंट हटा के डिवाइड बाय 100 करदा, पर मैं 2 स्टैप च करूँगा सिर्फ ਤੁਹਾਨੂੰ ਸਮਝਾਉਣ ਲਈ। ठीक है, ये हुण आ की बन गई, आ इन्नी चीज़ की बन गई। देखो उरे तक की सी, आपां ये करते हैं पूरा स्टैप वाइज। आ की सी प्रिंसीपल, ਇਹਦਾ 110% करता। 110% 100% ਤਾਂ ਪਹਿਲੀ ਸੀ, 10% ਹੋਰ ਜੋੜਤਾ, मतलब 1 ਸਾਲ ਦਾ ਇੰਟਰਸਟ ਜੋੜਤਾ। ਇਹ ਕੀ ਆ ਗਈ ਆਪਣੇ ਕੋਲੇ ਪਹਿਲੀ ਅਮਾਊਂਟ। ਪਰ ਜੇ ਅਸੀਂ A2 ਦੱਸਣਾ ਹੈ ਤਾਂ ਹੁਣ ਜਿਹੜੀ A2 ਹੈ ਇਹਦੇ ਵਾਸਤੇ ਹੁਣ ਆਹ ਪ੍ਰਿੰਸੀਪਲ ਦਾ ਕੰਮ ਕਰੂਗੀ, मतलब ਇੱਕ ਤਰ੍ਹਾਂ ਦੀ ਆ ਇਹਦੇ ਉੱਪਰ ਇੰਟਰਸਟ ਕੈਲਕੂਲੇਟ ਹੋਊਗਾ। ਇਹਦਾ ਕਿੰਨੇ ਪਰਸੈਂਟ, 10% ਕੱਢ ਕੇ ਜੋੜ ਦਾਂਗੇ, मतलब ਇਹਦਾ ਵੀ ਅੱਗੇ ਕਿੰਨਾ 110%। ਤਾਂ ਇਹ ਕਿੰਨੀ ਆ ਗਈ A2। ਜੇ ਸਮਝ ਆਈ ਜਾਂਦਾ ਕੋਈ ਠੀਕ ਹੈ, ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ। ਇਹਦਾ ਤਾਂ ਅਜੇ ਸਟਾਰਟਿੰਗ ਹੈ, ਤੁਸੀਂ ਲਾਸਟ ਤੱਕ ਦੇਖਿਓ ਹੁੰਦਾ ਕੀ ਕੁਛ ਹੈ। ਠੀਕ ਹੈ, ਇਹ ਤਾਂ ਸਿਰਫ ਤੁਹਾਨੂੰ ਮੈਂ ਬਸ ਉਹੀ ਜਾਣ ਕੇ ਅਲਝਾਈ ਜਾਂਦਾ। ਠੀਕ ਹੈ, ਜੇ ਤੁਹਾਨੂੰ ਸਮਝ ਆਈ ਜਾਂਦਾ ਤਾਂ ਐਂ ਸਮਝ ਲਓ ਵੀ ਤੁਹਾਨੂੰ ਮੈਂ ਸਮਝਾਈ ਜਾਂਦਾ ਹੈ ਨਾ। ਚਲੋ ਅੱਗੇ ਬਾਹਲਾ ਹੀ ਸੌਖਾ ਚੈਪਟਰ ਹੈ ਇਹਦਾ। ਇੱਕ ਵਾਰੀ ਤੁਹਾਨੂੰ ਜਿੰਨੇ ਵੀ ਇਹਦੇ ਤਰੀਕੇ ਨੇ ਇੱਕ ਵਾਰੀ ਸਾਰੇ ਦੱਸ ਦੇਣਾ ਵੀ ਤੁਹਾਡਾ ਦਿਮਾਗ ਚੱਲਣ ਲੱਗ ਜਾਊ ਵੀ ਕੰਪਾਊਂਡ ਇੰਟਰਸਟ ਹੈ ਹੀ ਕੁਛ ਨਹੀਂ। ਦੇਖੋ ਪ੍ਰਿੰਸੀਪਲ ਦਾ 110%, फिर जिन्नी भी अमाउंट आ गई वह फिर 110%, जे 3 साल की गल करूँगा फिर 110%। तो ये की आ जूगी अपने को अमाउंट आ जूगी, अमाउंट आ जूगी किन्ने साल बाद, 2 साल बाद। तो किन्नी आ जूगी, इनू सॉल्व करांगे आप। 10,000 गुना 110% कितना होंदा जी, डिवाइड बाय 100 कर देंगे, गुना 110% कितना होंदा जी, डिवाइड बाय 100 कर देंगे। आ 2 जीरो, ये 2 जीरो घट दी, 11 11 121, ये आ 2 जीरो नाल लातियाँ। पहला भी अपने को अमाउंट कितनी आई सी 12,100, हुण भी अपने को अमाउंट कितनी आई है 12,100। प्रिंसीपल कितनी सी सर जी 10,000। तो जेड़ा हब चला गया ये की आ गया, ये की आ गया सर जी कंपाउंड इंटरस्ट कितना आ गया सर जी 2100। लगी गल समझ। ठीक है, चलो स्क्रीनशॉट ले लो, अगे चलते हैं। होर तरीके देखी चलो इनू किवें किवें आपां कर लांगे। चलो तीजा ना आपां इनू फ्रैक्शन मैथड ना कर सकते। जिवें ना आपां इस चीज़ नू जिवें आ देखो आ उरे घट 110% नू आपां ने जदों आपां परसेंट हटाया ती डिवाइड बाय 100 कीता ती की बन गया ती असल दे विच, की बन गया सी 11/10। इनू आपां ना फ्रैक्शन वैल्यू जिवें रेट उन्हें 10% कहा सी, रेट उन्हें कितना कहा सी 10%, रेट उन्हें कितना कहा 10%, मतलब 1/10। ਇਹਦਾ मतलब ਉੱਪਰਲਾ ਜੋੜ ਦਿਆ ਕਰੋ ਵੀ ਜਿਹੜੀ ਅਮਾਊਂਟ ਹੈ ਉਹ ਪ੍ਰਿੰਸੀਪਲ ਦਾ ਪਤਾ ਕਿੰਨਾ ਹੋਗੀ। ਜੇ 1 ਸਾਲ ਦੀ ਗੱਲ ਕਰੀਏ ਉੱਪਰ ਜੋੜ ਦੋ, 10 ਦੇ ਵਿੱਚ 1 ਜੋੜੇ। ਜੇ 1 ਸਾਲ ਦੀ ਗੱਲ ਕਰਾਂਗੇ, ਜੇ 2 ਸਾਲ ਦੀ ਗੱਲ ਕਰਾਂਗੇ ਤਾਂ 2 ਵਾਰੀ, ਜੇ 3 ਸਾਲ ਦੀ ਗੱਲ ਕਰਾਂਗੇ ਤੁਸੀਂ ਆਪ ਦਿਮਾਗ ਲਾ ਲਓ ਤਾਂ 3 ਵਾਰੀ। ठीक है, आ जाओ ਹੁਣ देखो जिवें मैं इसनूं 2 साल का क्वेश्चन पाया सी, तो मैं अमाउंट 2 कट के दिखाऊँ। ठीक है, तो प्रिंसीपल कितनी सी अपने को 10,000। आ समझ गए भी रेट का फ्रैक्शन वैल्यू कड्डी, उपरले बस निचले उपरले जोड़ देगा, नीचे तो 10 ही आऊगा, उपर की आऊगा, दोनों का जोड़। तो 11/10 2 साल की गल हो रही है, तो 2 बारी 11/10 कितनी आ गई। ठीक है, प्रिंसीपल कितनी सी 10,000, अमाउंट कितनी आ गई 12,100, इंटरस्ट कितना आ गया 2100। एक ही आ गया तीजा तरीका। ठीक है, चौथा तरीका सीख लो, चौथा इंपॉर्टेंट है। ठीक है, जो आप यूज़ करांगे, आप पहले तिन्ने नहीं आप यूज़ करते, याद रखियो। ठीक है, ये तुसीं हुण कहोगे फिर सर फालतू का काम काहतों कराया, फालतू नहीं कराया, ये भी गल याद रखियो। ठीक है, जिहड़ी चीज़ आप करांगे काम दी हुंदी है वो। हुण देखो तुसीं ना रेट लिख लिया करो, जिवें 10% सी 1/10, फिर तुसीं पता की करिया करो, उरों प्रिंसीपल ते अमाउंट दी रेशो बना लिया करो, प्रिंसीपल ते अमाउंट दी रेशो। पता किवें, नीचे वाले नूं प्रिंसीपल मान लिया करो, कितनी बन गई 10, ऊपर जोड़ दो, ये की बन जूगी अमाउंट। ये रेशो आ जूगी कादी कादी, प्रिंसीपल ते अमाउंट की। यह 1 साल की आ गई, किन्ने दी आ गई 1 साल वास्ते, मतलब प्रिंसीपल ते 1 साल बाद की अमाउंट। जे 2 साल की गल करूँगा ना तो बस इसका स्केयर कर दूँ, कितना बन जू 100, कितना बन जू 121। जे 3 साल की गल करांगे की कर देंगे, क्यूब कर देंगे 13 31, समझे गए होंगे। जे 4 साल की गल करांगे की कर देंगे, दोनों पासे दोबारे फिर 10 ना गुना उधर करना, मतलब इधर 10 गुना 10 गुना 10 गुना चली जाऊगा, इधर 11 गुना 11 गुना 11। जे 1 साल की गल है 1 बारी आ जाएंगे, तो 2 साल की गल है 2 बारी 10 2 बारी 11, 3 साल की गल है 3 बारी 10 3 बारी 11। ये क्वेश्चन बहुत सौखा हो जाता है। हुण जिवें ना यही क्वेश्चन मैं करके दिखाऊँ, जे मेरा क्वेश्चन सीगा
ਹੁਣ ਧਿਆन ਨਾਲ ਸਿੱਖ ਲਿਓ, ਐਵੇਂ ਆਪਾਂ ਕਰਾਂਗੇ ਸਾਰਾ ਚੈप्टर, ठीक है। प्रिंसीपल 10,000 सी, रेट 10% सी, टाइम 2 साल सी, ठीक है। तो मैं कंपाउंड इंटरस्ट दसना है, मैं की दसना है कंपाउंड इंटरस्ट। तो 10% की फ्रैक्शन वैल्यू 1/10, तो 10 तो 11 की आ गई प्रिंसीपल ते कादी रेशो अमाउंट की 1 साल की। पर सानू किन्ने साल की गल कर रहे हो 2 साल की, तो सानू अमाउंट प्रिंसीपल तो देखो सेम ही रही है, प्रिंसीपल मतलब भी हूँ तो रेशो चेंज हो सकती है कि देखो भी 10 का 10 लिखता है ना, तो मैं मतलब भी P1 P2 नहीं लिखूँगा, जब मैंने A1 A2 लिखता ना तो प्रिंसीपल की रेशो चेंज हो सकती है, रेशो तो कोई चक्कर नहीं पर वैल्यू सेम रहूगी, ठीक है। हूँ जिमें देखो दूजे साल से आप जावे तो स्केयर कर देंगे, जिमें 100 यदा स्केयर कितना गया 121। हूँ अद्धे मन च आऊगा सर प्रिंसीपल 10 तो 100 किमें होगी, भाई ये रेशो है, प्रिंसीपल की वैल्यू सेम ही रहूगी, ठीक है। रेशो चेंज हो सकती है, मैं P1 P2 ना नहीं दिता, इनू P ही रखिया, आ रहे A1 A2 क्योंकि दूजे साल की अमाउंट आ गई। हुण देखो आपां नूं ना आह प्रिंसीपल आह अमाउंट ते आ विचाले की आ गया दोनों के कंपाउंड इंटरस्ट कितना आ गया 21, कंपाउंड इंटरस्ट कितना आ गया 21। आपां नूं एक चीज़ गिवन होया करूगी तिन्नां दे विचों, जिवें आपां नूं उरे की गिवन है प्रिंसीपल मतलब 100 यूनिट की वैल्यू गिवन है, कितनी गिवन है 10,000। जे 100 यूनिट की वैल्यू 10,000 है, 1 यूनिट की वैल्यू किहदे बराबर आ गई 100 दे। जे तां सानूं इहदी वैल्यू पुछो अमाउंट की, जे 1 यूनिट की वैल्यू 100 के बराबर है तो 121 यूनिट की वैल्यू किहदे बराबर हुई 12100। 1 यूनिट की वैल्यू किहदे बराबर हुई 2100, मतलब 100 नाल गुणा कर देंगे, मतलब कंपाउंड इंटरस्ट पुछो 2100, अमाउंट पुछो 12,100। देखो चौथा तरीका कराता तुहानूं कंपाउंड इंटरस्ट कढ़ण दा। चलो एक बार ये प्रैक्टिस कर लो चौथे की, ठीक है, क्योंकि ये इंपॉर्टेंट है तरीका। मैं तुहानूं क्वेश्चन पाना फिर तुहानूं मैं असल इहदा जिहड़ा मेन तरीका आपां जिहदे नाल सारा चैप्टर सॉल्व करना है फिर सिखाऊंगा। वो एक क्वेश्चन तुसीं करना है, वीडियो पॉज करके जरूर करना है यार, ठीक है। प्रिंसीपल है, रेट ऑफ इंटरस्ट है, टाइम है, कंपाउंड इंटरस्ट दसना है। ऐ करो 3 साल कर लो, टाइम 3 साल कर लो, वीडियो पॉज करो, कंपाउंड इंटरस्ट दसना है। तुसीं कहोगे सर क्वेश्चन ही बहुत सौखा पाता, चलो जी मान के चलते हैं तुसीं वीडियो पॉज करके सॉल्व किया होगा, जे नहीं किया तो हजे भी गल मान लो, ठीक है, जे सच्ची पेपर क्लीयर करना। चलो सारे सियाणे हो तुसीं, तो 16 2/3% की फ्रैक्शन वैल्यू किहदे बराबर हुंदी है जी 1/6 दे। मैं तुहानूं की आख्या भी प्रिंसीपल ते अमाउंट की रेशो बनाया करो, नीचे वालों की मान लिया करो प्रिंसीपल, उपरला जोड़ दो अमाउंट, पर यह 1 साल की बन जाती है, ये 1 साल की। सानू किन्ने साल की गल कर रहे हो 3 साल की, 2 वेले स्केयर 3 वेले की करते हैं क्यूब। 1 साल तो जे 3 साल तो जाने की कर देंगे क्यूब, 6 का क्यूब 216, 7 का क्यूब 343। रेशो बनानी सीख गए, बहुत इंपॉर्टेंट है ये चीज़। 1 साल तो 2 साल की, 2 साल तो 3 साल की, एवं रिवर्स भी सीखांगे असीं। कई बार सानू 3 साल की रेशो के बनाउंदी असीं 1 साल ते आउणा होऊगा, तो फिर जिवें उरों क्यूब कीता है तो वापस आउण लगे क्यूब रूट कर देंगे, सिखाऊंगा टेंशन ना लो। हजे बस तुसीं इन्नी सीख लो भी जे 2 साल ते जाना हुंदा स्केयर कर दे, 3 साल ते क्यूब। आ रेशो आ गई किहदी 3 साल की प्रिंसीपल ते अमाउंट की। आपां नूं इन्हां 'चों एक चीज़ गिवन हुंदी, आपां नूं की गिवन, चलो अब विचालड़ा की हुंदा दोनों दे विचाले वाला सर जी प्रिंसीपल ते जे अमाउंट का डिफरेंस कंपाउंड इंटरस्ट होंदा है ना, जो इंटरस्ट होंदा जे कंपाउंड की गल करूँ, कंपाउंड कितना बन गया अपने कोले 7 6 13 27 बनया 127, ठीक है, देख लो माड़ा मोटा, ठीक है, जोड़ घटा आपो अपना, हाँ जी सही है। देखो 127 हुण ना आपां नूं किहदी वैल्यू गिवन है प्रिंसीपल की गिवन है कितनी 216,000 है ना, मतलब 21,600। अपने अकॉर्डिंग प्रिंसीपल कितनी है, अपने अकॉर्डिंग प्रिंसीपल कितनी है 216, पर क्वेश्चन के अकॉर्डिंग कितनी है आह उरों 1 यूनिट की वैल्यू किहदे बराबर आ गई 100 दे। हुण असीं दसना की है कंपाउंड इंटरस्ट, कंपाउंड इंटरस्ट आ मन्निया दी असीं 127, तो जे 1 की वैल्यू 100 है तो 127 की वैल्यू किहदे बराबर हुई 12,700। 12,700 जे अमाउंट पुछदा तो इनू 100 नाल गुणा कर दे, क्योंकि 1 यूनिट की वैल्यू 100 है। हुण किते धक्के नाल ही ना 100 करी चली, तो क्वेश्चन मैं सौखे पाई जाना, तो 100 आ रही है 1 यूनिट की वैल्यू, किते हमेशा सोच लो भी 1 यूनिट की वैल्यू 100 ही होंदी है ना। चलो हुण आउने आपां अपने असली तरीके के उपर, ठीक है, जिहड़ा सब तो मेन है, जिहड़ा तुसीं सीखना है, जिन्होंने हुण तक समझ आया बेशक ना आया, हुण आपदा दिमाग पूरा एन खोल लो, ठीक है, क्योंकि सारा कंपाउंड इंटरस्ट ही आ मैथड के उपर है। 5वां तरीका
ਪ੍ਰਿੰਸੀਪਲ ਆਪਾਂ ਉਹੀ ਲੈ ਲੈਨੇ 10,000, ਰੇਟ 10%, ਟਾਈਮ 2 ਸਾਲ। ਇਹ ਸਭ ਤੋਂ ਇੰਪੋਰਟੈਂਟ ਮੈਥਡ ਪਤਾ ਕਾਹਤੋਂ ਕਹਿੰਦੇ, ਕਿਉਂਕਿ ਮੈਂ ਕੁਐਸਚਨ ਲਿਖਦਾ। ਹੁਣ ਮੈਂ ਕੀ ਲਿਖਦਾ, ਕੁਐਸਚਨਸ, ਤੁਸੀਂ ਉਹ ਸਾਰੇ ਕਰ ਦੋਗੇ। ਪਹਿਲਾ ਕੁਐਸਚਨ ਕੰਪਾਊਂਡ ਇੰਟਰਸਟ ਕਿੰਨਾ ਹੈ, ਦੂਜਾ ਕੁਐਸਚਨ ਅਮਾਊਂਟ ਕਿੰਨੀ ਹੈ, ਤੀਜਾ ਕੁਐਸਚਨ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਕਿੰਨਾ ਹੈ, ਚੌਥਾ ਕੁਐਸਚਨ ਕੰਪਾਊਂਡ ਇੰਟਰਸਟ ਸੈਕਿੰਡ ਈਅਰ ਦਾ ਕਿੰਨਾ ਹੈ। ਦੇਖੋ ਸਿਰਫ ਸੈਕਿੰਡ ਈਅਰ ਦਾ ਪੁੱਛ ਰਿਹਾ, ਸਿਰਫ ਦੂਜੇ ਸਾਲ ਦਾ, 2 ਸਾਲ ਦਾ ਨਹੀਂ। 2 ਈਅਰ ਤੇ ਸੈਕਿੰਡ ਈਅਰ ਦੇ ਵਿੱਚ ਫਰਕ ਹੈ। ਜਵਾਕ ਇਹਨੂੰ ਵੀ 2 ਸਾਲ ਹੀ ਪੜ੍ਹ ਲੈਂਦੇ ਨੇ, ਸੈਕਿੰਡ ਈਅਰ ਵੀ ਸਿਰਫ ਦੂਜੇ ਸਾਲ ਦਾ। ਦੇਖੋ ਇੱਕ ਤਾਂ ਮੈਂ ਕਹਾਂ 2 ਸਾਲ ਦਾ, ਇੱਕ ਦੂਜੇ ਸਾਲ ਦਾ, ਦੋਨੇ ਗੱਲਾਂ 'ਚ ਫਰਕ ਹੈ, ਠੀਕ ਹੈ। ਕੰਪਾਊਂਡ ਇੰਟਰਸਟ 1.5 ਸਾਲ ਦਾ, ਠੀਕ ਹੈ। ਕੰਪਾਊਂਡ ਇੰਟਰਸਟ 1 ਸਾਲ 73 ਦਿਨਾਂ ਦਾ, ਠੀਕ ਹੈ। ਆ ਸਾਰੇ ਕੁਐਸਚਨ ਤੁਸੀਂ ਆ ਮੈਥਡ ਨਾਲ ਕਰ ਸਕਦੇ ਹੋ। ਜਿਹੜੇ ਹੋਰ ਜਿੰਨੇ ਵੀ ਮੈਥਡ ਨੇ ਕੰਪਾਊਂਡ ਇੰਟਰਸਟ ਦੇ, ਉਹ ਸਾਰੇ ਕੁਐਸਚਨ ਨਹੀਂ ਕਰਨਗੇ। ਆ ਆਪਣੇ ਵਾਲਾ ਜਿਹੜਾ ਹੁਣ ਆਪਾਂ ਮੈਥਡ ਸਿੱਖਾਂਗੇ ਸਾਰੇ ਕੁਐਸਚਨ ਤੇ ਸਾਰਿਆਂ ਤੋਂ ਸੌਖਾ ਮੈਥਡ ਹੈ। ਦੇਖੋ ਕਰਨਾ ਹੀ ਕੁਛ ਨਹੀਂ, ਸਿਰਫ ਇੱਕ ਚੀਜ਼ ਯਾਦ ਰੱਖਣੀ ਹੈ ਕਿ ਜਿਹੜੀ ਤੁਹਾਨੂੰ ਕੰਪਾਊਂਡ ਇੰਟਰਸਟ ਦੀ ਡੈਫੀਨੇਸ਼ਨ ਆਖੀ ਹੈ। ਸਰ ਜੀ ਕੀ ਆਖੀ ਸੀ ਵੀ ਜਿੰਨੇ ਵੀ ਰੁਪਏ ਖੜੇ ਨੇ ਉਹਦੇ ਉੱਪਰ ਇੰਟਰਸਟ ਲਾਉਣਾ। ਠੀਕ ਹੈ ਸਰ ਜੀ, ਇਹ ਤਾਂ ਗੱਲੇ ਬਹੁਤ ਸੌਖੀ ਕਹੀ ਸੀ ਤੁਸੀਂ, ਇਹ ਤਾਂ ਅਸੀਂ ਹੁਣੇ ਕਰ ਦਿੰਦੇ। ਦੇਖੋ ਸਟਾਰਟਿੰਗ ਦੇ ਵਿੱਚ ਇਕੱਲੀ ਪ੍ਰਿੰਸੀਪਲ ਖੜੀ ਸੀ, ਮਤਲਬ 10,000 ਖੜੇ ਸੀ ਪਹਿਲੇ ਸਾਲ। ਤਾਂ ਪਹਿਲੇ ਸਾਲ ਤਾਂ ਸਿਰਫ ਇਸੇ 'ਤੇ 10% ਇੰਟਰਸਟ ਲੱਗਣਾ ਸੀ। ਤਾਂ 10% ਕਿੰਨਾ ਹੋ ਗਿਆ, 1000। ਆਪਾਂ ਇੰਟਰਸਟ ਲਿਖਾਂਗੇ ਕਿੰਨਾ ਆ ਗਿਆ, 1000। ਹੁਣ ਜੇ ਆਪਾਂ ਗੱਲ ਕਰੀਏ ਦੂਜੇ ਸਾਲ ਦੀ, ਦੂਜੇ ਸਾਲ ਵੀ ਰੇਟ 10% ਹੀ ਹੈ। ਦੂਜੇ ਸਾਲ ਵੀ ਰੇਟ ਕਿੰਨਾ 10%। ਰੇਟ ਚੇਂਜ ਵੀ ਕਰ ਦਿੰਦਾ, ਕੁਐਸਚਨ ਟੂ ਕੁਐਸਚਨ ਵੇਰੀ ਕਰਦਾ, ਮੈਂ ਸੇਮ ਰੱਖ ਕੇ ਚੱਲਿਆ ਹੈ ਨਾ। ਦੂਜੇ ਸਾਲ ਵੀ ਰੇਟ 10% ਹੈ, ਪਰ ਦੂਜੇ ਸਾਲ ਇਹ 'ਤੇ ਤਾਂ ਇੰਟਰਸਟ ਲੱਗੂਗਾ ਹੀ ਲੱਗੂਗਾ, ਪ੍ਰਿੰਸੀਪਲ ਦੇ ਉੱਪਰ ਤਾਂ ਜਿਵੇਂ ਤੁਸੀਂ ਡੈਫੀਨੇਸ਼ਨ ਨਹੀਂ ਦਿੰਦੇ ਹੁੰਦੇ ਸਾਰੇ ਇੰਟਰਸਟ ਲਈ ਇੰਟਰਸਟ, ਤੁਸੀਂ ਨਾ ਸਿੱਧਾ ਇਹ 'ਤੇ ਕਹਿ ਇੰਟਰਸਟ ਲਈ ਇੰਟਰਸਟ। ਬਾਈ ਪ੍ਰਿੰਸੀਪਲ ਉੱਪਰ ਵੀ ਤਾਂ ਕੈਲਕੂਲੇਟ ਹੋਇਆ ਨਾ, ਤਾਂ ਪ੍ਰਿੰਸੀਪਲ ਉੱਪਰ ਤਾਂ ਹੋਊਗਾ ਹੀ ਹੋਊਗਾ ਹਰ ਸਾਲ। ਤਾਂ ਇਹਦਾ 10% ਕਿੰਨਾ ਆ ਗਿਆ, 1000। ਪਰ ਜਿਹੜਾ 1000 ਰੁਪਈਆ ਤੀ ਪਹਿਲੇ ਸਾਲ ਇੰਟਰਸਟ ਆਇਆ ਸੀ, ਇਹ ਕਿਹੜਾ ਆਪਣੇ ਮੋੜਤਾ, ਮਤਲਬ ਇਹਦੇ ਉੱਪਰ ਵੀ ਇੰਟਰਸਟ ਕੈਲਕੂਲੇਟ ਕਰੂਗਾ। ਤਾਂ ਇਹਦਾ 10% ਕਿੰਨਾ ਆ ਗਿਆ, 100। ਦੁਬਾਰੇ ਦੇਖੋ, ਤਾਂ 10,000 ਸੀ ਪ੍ਰਿੰਸੀਪਲ, 10,000 ਦਾ 10% 1000। ਹੁਣ ਅਗਲੇ ਸਾਲ ਨਾ ਦੋਨਾਂ ਦੇ ਉੱਪਰ ਇੰਟਰਸਟ ਕੈਲਕੂਲੇਟ ਹੋਊਗਾ, ਉਦੋਂ ਚੱਲ ਪਿਆ ਕਰੋ। ਇਹਦਾ 10% 1000, ਇਹਦਾ 10% 100। ਹੁਣ ਉਦੋਂ ਅਗਲੇ ਸਾਲ ਦੀ ਗੱਲ ਕਰੀਏ, ਤੀਜੇ ਸਾਲ ਦੀ, ਆ ਸਾਰਾ ਦੂਜੇ ਸਾਲ ਤੱਕ ਦਾ ਬਕਾਇਆ ਜਿਹੜਾ ਆਪਾਂ ਨੇ ਰੁਪਏ ਦੇਣੇ ਨੇ। ਮਤਲਬ ਤੀਜੇ ਸਾਲ ਇਹਨਾਂ ਸਾਰਿਆਂ ਦੀ ਵਿਆਜ ਕੈਲਕੂਲੇਟ ਕਰੂਗਾ, ਇਹ 'ਤੇ ਵੀ ਕਰੂ, ਇਹ 'ਤੇ ਵੀ ਕਰੂ, ਇਹ 'ਤੇ ਵੀ ਕਰੂ, ਇਹ 'ਤੇ ਵੀ ਕਰੂ। 1 2 3 4, ਤਾਂ ਕਿੰਨੀਆਂ ਡੈਸ਼ਾਂ ਲਾਵਾਂਗੇ ਆਪਾਂ, 4। 1 2 3 4, ਠੀਕ ਹੈ। ਇਹਨੂੰ ਡਾਇਗਰਾਮ ਜਾਂ ਟਰੀ ਮੈਥਡ ਕੁਛ ਵੀ ਕਹਿ ਲਓ, ਤਾਂ ਤੁਸੀਂ ਐਂ ਚੁਟਕੀਆਂ ਜਿਹਾ ਬਣਾਇਆ ਕਰੋਗੇ, ਦੇਖੀ ਚੱਲਿਓ। ਇਹਦਾ 10% ਉਰੋਂ ਚੱਲ ਪਿਆ ਕਰੋ, ਇਹਦਾ 10% 1000, ਉਰੋਂ ਇੱਧਰ ਵਾਗੇ, ਉਰੋਂ ਇੱਧਰ ਵਾਗੇ, ਇਹਦਾ 10% 100। ਫਿਰ ਉਰੋਂ ਨੀਚੇ ਆ ਗਏ ਕਿਉਂਕਿ ਉੱਧਰ ਤਾਂ ਜਾਏ ਆਏ, ਇਹਦਾ 10% 100। ਹੁਣ ਆ ਰਹਿ ਗਿਆ ਇਹਦਾ 10% 10। ਮਤਲਬ ਕਿ ਇਦੋਂ ਪਹਿਲਾਂ ਜੋ ਕੁਛ ਵੀ ਉਹ 'ਤੇ ਇੰਟਰਸਟ ਲਾਉਣਾ, ਇਹਦਾ 10%, ਇਹਦਾ, ਇਹਦਾ ਅਤੇ ਇਹਦਾ, ਠੀਕ ਹੈ। ਆ ਗਿਆ। ਓਹੋ, ਮੈਂ ਤਾਂ ਤੁਹਾਨੂੰ 3 ਸਾਲ ਦਾ ਕੁਐਸਚਨ ਕਰਾਤਾ ਗੱਲਾਂ 'ਚ ਹੈ ਨਾ, ਗੱਲਾਂ ਤਾਂ ਮੈਂ ਇਕੱਲਾ ਹੀ ਮਾਰੀ ਹੈ ਨਾ। ਚਲੋ ਬਸ ਭੁਲੇਖੇ ਦੇ ਨਾਲ 3 ਸਾਲ ਦਾ, ਚਲੋ ਵਧੀਆ। ਆਪਾਂ ਹੁਣ ਐਂ ਕਰਦੇ ਹਾਂ, ਫਿਰ ਕੁਐਸਚਨ ਦੀ ਆਪਾਂ ਗਿਣਤੀ ਵਧਾ ਦਿੰਦੇ ਹਾਂ। ਐਂ ਕਰਦੇ ਹਾਂ, 7ਵਾਂ ਕੁਐਸਚਨ ਤੁਹਾਨੂੰ ਪਾ ਦਿੰਦੇ ਹਾਂ। ਕੰਪਾਊਂਡ ਇੰਟਰਸਟ ਦੱਸਣਾ ਸਿਰਫ ਕਿਹਦਾ, 3rd ਈਅਰ ਦਾ। ਅਤੇ 8ਵਾਂ ਕੁਐਸਚਨ ਤੁਹਾਨੂੰ ਪਾ ਦਿੰਦੇ ਹਾਂ ਆਪਾਂ, ਕੰਪਾਊਂਡ ਇੰਟਰਸਟ ਦੱਸਣਾ 3rd ਈਅਰ ਮਾਈਨਸ 2nd ਈਅਰ। ਅਤੇ 9ਵਾਂ ਕੁਐਸਚਨ ਤੁਹਾਨੂੰ ਪਾ ਦਿੰਦੇ ਹਾਂ, ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਦੱਸਣਾ 3 ਸਾਲਾਂ ਦਾ। ਅਤੇ ਆਰ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ 2 ਸਾਲਾਂ ਦਾ, ਠੀਕ ਹੈ। ਚਲੋ ਬਹੁਤ ਨੇ ਕੁਐਸਚਨ। ਤਾਂ ਇੱਕ ਵਾਰੀ ਮੈਂ ਤੀਜੇ ਸਾਲ ਦੀ ਡਾਇਗਰਾਮ ਢੇਲਣਾ, ਕਿਉਂਕਿ ਮੈਂ ਪਹਿਲਾਂ ਤੁਹਾਨੂੰ 2 ਸਾਲ ਦਾ ਕੁਐਸਚਨ ਕਰਾਦਾ ਹੈ ਨਾ, ਫਿਰ ਤੁਸੀਂ ਉਲਝ ਨਾ ਜਾਓ। ਚਲੋ 2 ਸਾਲ ਦੀ ਡਾਇਗਰਾਮ ਤੋਂ ਤੱਕ ਹੀ ਬਣੂਗੀ, ਮਤਲਬ ਪਹਿਲੇ ਸਾਲ ਸਿਰਫ ਇਹ 'ਤੇ, ਦੂਜੇ ਸਾਲ ਇਹ 'ਤੇ ਵੀ, ਇਹ 'ਤੇ ਵੀ। ਤਾਂ ਜਿਹੜਾ ਆਹ ਇੰਟਰਸਟ ਆ ਗਿਆ ਨਾ, ਪਹਿਲੇ ਸਾਲ ਦਾ ਆ ਗਿਆ। ਜਿਹੜਾ ਆਹ ਇੰਟਰਸਟ ਆ ਗਿਆ ਇਹ ਦੂਜੇ ਦਾ, ਅਤੇ ਜਿਹੜਾ ਆਹ ਸਾਰਾ ਇੰਟਰਸਟ ਆ ਗਿਆ ਇਹ 2 ਸਾਲਾਂ ਦਾ। ਹੁਣ ਲੱਗੀ ਗੱਲ ਸਮਝ, ਦੂਜੇ ਸਾਲ ਅਤੇ 2 ਸਾਲ ਦਾ ਮਤਲਬ ਕੀ ਹੈ, 2 ਸਾਲ ਮਤਲਬ ਦੋਨੇ, ਦੂਜਾ ਮਤਲਬ ਇਕੱਲਾ ਆਹ। ਹੁਣ ਦੇਖੋ ਉਹਨੇ ਪੁੱਛਿਆ ਕੰਪਾਊਂਡ ਇੰਟਰਸਟ ਕਿੰਨਾ, ਕੰਪਾਊਂਡ ਇੰਟਰਸਟ ਮਤਲਬ ਸਾਰਾ ਦੋਨੇ ਸਾਲਾਂ ਦਾ। ਕਿੰਨਾ ਬਣ ਗਿਆ, 1000 ਤੇ 1000, 2000, 2000 ਤੇ 100, 2100। ਜੇ ਪੁੱਛੂ ਅਮਾਊਂਟ, ਜੇ ਪੁੱਛੂ ਅਮਾਊਂਟ, ਤਾਂ ਅਮਾਊਂਟ ਨਾਲ ਜੋੜ ਦਾਂਗੇ ਪ੍ਰਿੰਸੀਪਲ ਨੂੰ। 10,000 ਦੇ ਵਿੱਚ ਆਪਾਂ ਕਿੰਨਾ ਜੋੜ ਦਾਂਗੇ ਬਾਈ, 2100। ਤਾਂ ਅਮਾਊਂਟ ਕਿੰਨੀ ਬਣ ਜੂਗੀ, 12,100, 12,100। ਕਿਉਂਕਿ ਅਮਾਊਂਟ ਕਿਹਦੇ ਬਰਾਬਰ ਹੁੰਦੀ ਹੈ, ਪ੍ਰਿੰਸੀਪਲ ਦੇ ਵਿੱਚ ਇੰਟਰਸਟ ਜੋੜ ਦਿਓ
ਤਾਂ ਅਮਾਊਂਟ ਪੁੱਛੂਗਾ ਤਾਂ ਕਿੰਨੀ ਬਣ ਗਈ 12100। ਤੀਜਾ ਕੁਐਸਚਨ, ਜੇ ਆਪਾਂ ਨੂੰ ਪੁੱਛੂਗਾ ਕੰਪਾਊਂਡਿੰਗ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਸਿਰਫ 2 ਸਾਲ ਦੀ। ਦੇਖੋ ਸਿੰਪਲ ਇੰਟਰਸਟ ਚੈਪਟਰ ਆਪਾਂ ਨੇ ਕੀਤਾ ਹੋਇਆ ਤਾਂ ਸਿੰਪਲ ਇੰਟਰਸਟ ਕੀ ਹੁੰਦਾ, ਜਿਹੜਾ ਇੰਟਰਸਟ ਹਮੇਸ਼ਾ ਕਿਤੇ ਕੈਲਕੂਲੇਟ ਹੁੰਦਾ ਹੈ ਪ੍ਰਿੰਸੀਪਲ ਦੇ ਉੱਪਰ। ਜਿਹੜਾ ਇੰਟਰਸਟ ਕਿਤੇ ਕੈਲਕੂਲੇਟ ਹੁੰਦਾ ਹੈ ਪ੍ਰਿੰਸੀਪਲ ਦੇ ਉੱਪਰ। ਹੁਣ ਮੈਨੂੰ ਆ ਪਹਿਲੀ ਲਾਈਨ ਦੱਸੋ, ਆ 10 ਇਹ 1000 ਦਾ 10%, ਸੌਰੀ 10000 ਦਾ 10% 1000, ਆ ਵੀ 10000 ਦਾ 10% 1000। ਮਤਲਬ ਨਾ ਜਿਹੜੀ ਆ ਪਹਿਲੀ ਲਾਈਨ ਬਣੂਗੀ, ਆਹ ਪਹਿਲੀ ਲਾਈਨ ਐਵੇਂ, ਆ ਪਹਿਲੀ ਲਾਈਨ ਇਹ ਹਮੇਸ਼ਾ ਪ੍ਰਿੰਸੀਪਲ ਤੇ ਕੈਲਕੂਲੇਟ ਹੋਊਗੀ। ਜੇ ਹਮੇਸ਼ਾ ਪ੍ਰਿੰਸੀਪਲ ਤੇ ਕੈਲਕੂਲੇਟ ਹੋ, ਜਿਹੜੀ ਹਮੇਸ਼ਾ ਪ੍ਰਿੰਸੀਪਲ ਤੇ ਕੈਲਕੂਲੇਟ ਹੁੰਦੀ ਹੈ ਉਹ ਕੀ ਹੁੰਦੀ ਹੈ ਸਿੰਪਲ ਇੰਟਰਸਟ। ਹੁਣ ਇਹ ਨਾ ਸਮਝਿਓ ਵੀ ਸਰ ਇਹ ਕੰਪਾਊਂਡ 'ਚ ਕੀ ਕਰਦੀ ਹੈ, ਤਾਂ ਜਿਹੜਾ ਕੰਪਾਊਂਡ ਇੰਟਰਸਟ ਹੁੰਦਾ ਨਾ ਉਹ ਸਿੰਪਲ ਇੰਟਰਸਟ ਨਾਲ ਹੁੰਦੀ ਹੁੰਦਾ, ਉਦੋਂ ਵੱਧ ਹੁੰਦਾ, ਥੋੜਾ ਘਣਾ ਘੱਟ ਨਹੀਂ ਹੁੰਦਾ ਉਦੋਂ, ਠੀਕ ਹੈ। ਮਤਲਬ ਉਹ 'ਚ ਸਿੰਪਲ ਇੰਟਰਸਟ ਨਾ ਆਉਂਦਾ ਹੀ ਆਉਂਦਾ ਹੁੰਦਾ ਹੈ। ਹੁਣ ਉਹਦਾ ਕੁਐਸਚਨ ਪਤਾ ਕੀ ਹੈ ਵੀ ਤੁਸੀਂ ਐਂ ਕਰੋ ਤਾਂ ਸਿੰਪਲ ਇੰਟਰਸਟ ਘਟਾ ਦਿਓ, ਕਿਉਂਕਿ ਕੰਪਾਊਂਡ ਇੰਟਰਸਟ ਪਤਾ ਕੀ ਹੈ ਸਿੰਪਲ ਇੰਟਰਸਟ ਪਲੱਸ ਕੁਝ ਹੋਰ। ਇਹਦਾ ਮਤਲਬ ਉਰੇ ਐਂ ਪੁੱਛ ਰਿਹਾ ਵੀ ਉਹ ਤੋਂ ਬਿਨਾਂ ਦੱਸੋ ਯਾਰ ਤੁਸੀਂ ਵੀ ਸਿੰਪਲ ਇੰਟਰਸਟ ਤੋਂ ਬਿਨਾਂ ਹੋਰ ਕੀ ਆਇਆ। ਤਾਂ ਮੈਂ ਤੁਹਾਨੂੰ ਆਖਿਆ ਪਹਿਲੀ ਲਾਈਨ ਸਿੰਪਲ ਇੰਟਰਸਟ ਹੁੰਦੀ ਹੈ, ਸਾਰਾ ਕੰਪਾਊਂਡ ਹੁੰਦਾ ਹੈ, ਪਹਿਲੀ ਸਿੰਪਲ ਇੰਟਰਸਟ ਹੁੰਦੀ ਹੈ। ਉਹਨੇ ਪੁੱਛਿਆ ਵੀ ਸਿੰਪਲ ਨੂੰ ਛੱਡ ਦਿਓ, ਮਤਲਬ ਪਹਿਲੀ ਲਾਈਨ ਛੱਡ ਦਿਓ, ਕਿੰਨਾ ਬਚਿਆ 100। ਤਾਂ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਕਿੰਨਾ ਆ ਗਿਆ 100। ਕੋਈ ਫਾਰਮੂਲਾ ਯਾਦ ਕਰਨ ਦੀ ਲੋੜ ਨਹੀਂ, ਕੋਈ ਰੱਟਾ ਲਾਉਣ ਦੀ ਲੋੜ ਨਹੀਂ, ਜਮੀ ਸੌਖਾ ਕੰਮ ਹੈ। ਜੇ ਪੁੱਛੋ ਸਿਰਫ ਦੂਜੇ ਸਾਲ ਦਾ, ਸਿਰਫ ਦੂਜਾ, ਦੇਖੋ ਆ ਪਹਿਲਾ ਆ ਦੂਜਾ, ਸਿਰਫ ਦੂਜਾ ਸਾਲ, ਸਿਰਫ ਦੂਜੇ ਸਾਲ ਦਾ ਇੰਟਰਸਟ ਕਿੰਨਾ ਆ ਗਿਆ ਬੋਲੋ 1100, ਠੀਕ ਹੈ। ਉਰੇ ਤੱਕ ਤਾਂ ਕਿਸੇ ਨੂੰ ਕੋਈ ਡਾਊਟ ਨਹੀਂ, ਠੀਕ ਹੈ। ਤਾਂ ਇੱਕ ਵਾਰੀ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਅਤੇ ਨੈਕਸਟ ਕੁਐਸਚਨ 'ਤੇ ਥੋੜ੍ਹਾ ਜਿਹਾ ਦਿਮਾਗ ਲਾਓ ਆਪਦਾ ਵੀ ਤੁਸੀਂ ਕਰ ਸਕਦੇ ਹੋ ਜਾਂ ਨਾ। ਚਲੋ ਬਾਈ, ਤਾਂ ਇੱਕ ਵਾਰੀ ਇਹਨੂੰ ਮੈਂ ਇਰੇਜ਼ ਕਰਕੇ ਸਾਫ਼ ਜਿਹਾ ਆਪਾਂ ਦੁਬਾਰੇ ਲਿਖ ਲੈਂਦੇ ਹਾਂ, ਠੀਕ ਹੈ। ਪ੍ਰਿੰਸੀਪਲ ਸਰ ਜੀ 10000, ਰੇਟ 10%, 1000, ਕਿਉਂਕਿ ਇਹਦਾ 10%, ਫਿਰ ਇਹਦਾ 10% 1000, ਫਿਰ ਇਹਦਾ 10% 100। ਹੁਣ ਦੇਖੋ ਕੁਛ ਕਿਹਾ ਗਿਆ 1.5 ਸਾਲ ਦਾ, 1.5 ਸਾਲ ਤੁਸੀਂ ਜਮੀ ਨਹੀਂ ਡਰਨਾ। ਇਹ 1.5 ਸਾਲ ਦਾ ਮਤਲਬ ਪਹਿਲਾ ਸਾਲ ਪੂਰਾ, ਪਹਿਲਾ ਸਾਲ ਆ, ਪਹਿਲਾ ਸਾਲ ਆ, ਦੂਜਾ ਤੀਜਾ ਐਵੇਂ ਆ, ਜਮੀ ਆਪਣਾ ਸਾਰਾ ਸਾਹਮਣੇ ਪਿਆ। ਕਹਿੰਦਾ ਪਹਿਲਾ ਸਾਲ ਪੂਰਾ, ਦੂਜਾ ਸਾਲ ਕੀ ਅੱਧਾ। 1.5 ਸਾਲ ਦਾ ਹੀ ਮਤਲਬ ਹੈ ਵੀ ਪਹਿਲਾ ਸਾਲ ਪੂਰਾ, ਦੂਜਾ ਸਾਲ ਅੱਧਾ, ਤਾਂ ਦੂਜੇ ਦਾ ਅੱਧ ਕਰ ਦਿਓ। ਜੇ ਉਹਨੇ ਕਿਹਾ ਦੂਜਾ ਸਾਲ ਅੱਧਾ, ਤਾਂ ਇਹ ਨਾ ਕਿਤੇ ਇੱਕ ਅੱਧ ਕਰ ਦਿਓ, ਸਾਰੇ ਦਾ ਕੀ ਕਰ ਦਿਓ ਅੱਧ, ਮਤਲਬ ਸਾਰੇ ਦਾ ਅੱਧ ਕਰ ਦਿਓ। ਮਤਲਬ 1000 ਦਾ ਅੱਧ 500, 100 ਦਾ ਅੱਧ 50, ਚਾਹੇ ਤਾਂ ਜੋੜ ਕੇ ਕਰ ਦਿਓ ਜਾਂ ਆਈ ਕਰ ਦਿਓ, ਠੀਕ ਹੈ। ਤਾਂ ਆਹ ਬਣ ਗਿਆ ਕਿੰਨੇ ਦਾ 1.5 ਸਾਲ ਦਾ, ਕਿੰਨਾ ਬਣ ਗਿਆ 1.5 ਸਾਲ ਦਾ, ਕਿੰਨਾ ਬਣ ਗਿਆ 1500 ਤੇ 50, ਮਤਲਬ ਕਿ 1550, ਠੀਕ ਹੈ। ਤਾਂ ਸਮਝ ਆ ਗਿਆ ਹੋਊਗਾ। ਜੇ ਸਮਝ ਆ ਗਿਆ ਤਾਂ ਅਗਲਾ ਟਰਾਈ ਕਰੋ, 1 ਸਾਲ 73 ਦਿਨਾਂ ਦਾ, ਇੰਨੇ ਆਪਾਂ ਮਾਰਕਰ ਦੇ ਵਿੱਚ ਇੰਕ ਵਗੈਰਾ ਫਿਲ ਕਰਦੇ ਹਾਂ, ਠੀਕ ਹੈ। ਚਲੋ ਕਰੋ ਟਰਾਈ। ਚਲੋ ਬਾਈ ਸਰ ਜੀ ਤੁਸੀਂ ਧੱਕਾ ਕੀਤਾ, ਆਪ ਸੌਖਾ ਕਰਕੇ ਸਾਨੂੰ ਔਖਾ ਪਾਤਾ। ਤੁਸੀਂ 1 ਸਾਲ 73 ਦਿਨ ਵਾਲਾ ਕਰਾਉਣਾ ਸੀ, ਸਾਨੂੰ 1.5 ਸਾਲ ਵਾਲਾ ਪਾਉਣਾ ਸੀ, ਹੈ ਨਾ। ਚਲੋ ਕੋਈ ਗੱਲ ਨਹੀਂ, ਤੁਹਾਨੂੰ ਫਿਰ ਐਂ ਕਰਦੇ ਤੁਹਾਡਾ ਕੁਐਸਚਨ ਸਾਈਡ 'ਤੇ ਹੋਮਵਰਕ, ਠੀਕ ਹੈ, ਜਿਹੜਾ ਤੁਸੀਂ ਸਾਰੇ ਕਮੈਂਟ ਬਾਕਸ 'ਚ ਦੱਸ ਦੋਗੇ। ਤੁਸੀਂ ਦੱਸਣਾ 1 ਸਾਲ 1/3 ਸਾਲ, 1/3 ਸਾਲ, ਇਹਦਾ ਆਨਸਰ ਦੱਸ ਦਿਓ, ਠੀਕ ਹੈ। 1/3 ਸਾਲ ਦਾ ਇਹ ਮੈਂ ਕਰਾਉਣਾ 1 ਸਾਲ 73 ਦਿਨ। ਇਹਦਾ 10% 1000, ਫਿਰ ਇਹਦਾ 10% ਉਰੋਂ ਚੱਲਾਂਗੇ ਨਾ, ਇਹਦਾ 10% ਇਹ ਵੀ 1000। ਫਿਰ ਸਰ ਜੀ ਦੂਜੇ ਸਾਲ 'ਤੇ ਫਿਰਦੇ ਹੋ, ਉੱਪਰ ਜਿਹੜਾ ਕੁਝ ਵੀ ਉਹ 'ਤੇ ਇੰਟਰਸਟ ਲਾ ਦਿਓ, ਇਹ 'ਤੇ ਤਾਂ ਲੱਗ ਗਿਆ, ਆਹ ਰਹਿ ਗਿਆ, ਇਹਦਾ 10% 100। ਸਰ ਜੀ ਪਹਿਲਾ ਸਾਲ ਪੂਰਾ, ਠੀਕ ਹੈ ਜੀ। ਸਰ ਦੂਜੇ ਸਾਲ ਦਾ ਸਮਝ ਨਹੀਂ ਆ ਰਹੀ ਵੀ ਕਿੰਨਾ ਕੁ ਲੈਤਾ ਉਹਨੇ, 1/2 ਲੈਤਾ, 1/3 ਲੈਤਾ, 1/4। ਸਰ ਕਿਉਂਕਿ ਉਹਨੇ ਦਿਨਾਂ 'ਚ ਦੱਸਤਾ। ਚਲੋ ਜੇ 73 ਦਿਨ ਦੇਖਣੇ ਨੇ ਨਾ ਵੀ ਸਾਲ ਦਾ ਕਿੰਨਵਾਂ ਹਿੱਸਾ ਨੇ, ਤਾਂ 1 ਸਾਲ 'ਚ ਕਿੰਨੇ ਦਿਨ ਹੁੰਦੇ ਨੇ 365, ਤਾਂ 365 ਤੇ ਵੰਡ ਦਿਓ, ਸਾਲ ਆ ਜਾਊਗਾ ਵੀ ਕਿੰਨੇ ਸਾਲ ਬਣ ਗਏ। ਜਦੋਂ ਉਹਨੂੰ ਕੱਟੋਗੇ ਸਿੱਧਾ ਹੀ ਪਤਾ ਲੱਗ ਰਿਹਾ ਵੀ 5 ਦੀ 15 ਨਾ 5 5 ਦੀ ਜਾਊਗਾ। ਤਾਂ 73 ਦਿਨ ਦਾ ਮਤਲਬ ਕੀ ਹੁੰਦਾ 1/5 ਸਾਲ। 73 ਦਿਨ ਦਾ ਮਤਲਬ ਪਤਾ ਕੀ ਹੁੰਦਾ 1/5 ਸਾਲ। ਕੁੱਲ ਮਿਲਾ ਕੇ ਉਹ ਪੁੱਛ ਰਿਹਾ ਵੀ ਪਹਿਲਾ ਸਾਲ ਪੂਰਾ, ਦੂਜੇ ਸਾਲ ਦਾ ਕਿੰਨਵਾਂ ਹਿੱਸਾ 5ਵਾਂ ਹਿੱਸਾ। ਮਤਲਬ ਆਪਾਂ ਸਾਰੇ ਨੂੰ ਕੀ ਕਰ ਦਾਂਗੇ 5 ਨਾਲ ਡਿਵਾਈਡ ਕਰ ਦਈਏ, 5 ਨਾਲ ਡਿਵਾਈਡ, 5 ਦੇ ਵੰਡਿਆ 200, 5 ਦੇ ਵੰਡਿਆ 20। ਤਾਂ 1 ਸਾਲ 73 ਦਿਨ ਦਾ ਕਿੰਨਾ ਆ ਗਿਆ 1000, 1200, 1220। ਤਾਂ ਕੰਪਾਊਂਡ ਇੰਟਰਸਟ 1 ਸਾਲ 73 ਦਿਨਾਂ ਦਾ ਕਿੰਨਾ ਆ ਗਿਆ 1200 ਤੇ 20। ਲੱਗੀ ਗੱਲ ਸਮਝ ਸਾਰਿਆਂ ਨੂੰ, ਠੀਕ ਹੈ ਜੀ। ਚਲੋ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਹੁਣ ਨਾ ਦੇਖੋ 2 ਸਾਲ ਤੱਕ ਆਪਣਾ ਨਿਬੜਿਆ। ਹੁਣ ਆਪਾਂ ਕਹਾਣੀ ਅੱਗੇ ਵਧਾਉਣੀ ਆ 3 ਸਾਲ ਦੀ, 4 ਸਾਲ ਦੀ, 5 ਸਾਲ ਦੀ ਐਂਡ ਸੋ, ਹੈ ਨਾ। 3 ਸਾਲ ਦਾ ਕੰਮ ਜਮੀ ਸੌਖਾ ਹੈ। 3 ਸਾਲ ਦੀ ਡਾਇਗਰਾਮ ਬਣਾਉਣੀ ਸਿੱਖਦੇ ਹਾਂ ਅਸੀਂ। 10000
10% ਇੰਟਰਸਟ, ਇਹਦਾ 10% ਕਿੰਨਾ ਹੋ ਗਿਆ 1000। ਤਾਂ ਦੂਜੇ ਸਾਲ ਇਹ ਤੇ ਵੀ ਲੱਗੂ, ਇਹ ਤੇ ਵੀ ਲੱਗੂ। ਪਹਿਲਾਂ ਹੀ ਡੈਸ਼ਾਂ ਹੀ ਲਾ ਲਿਆ ਕਰੋ, ਕੋਈ ਗਲਤੀ ਨਹੀਂ ਹੁੰਦੀ, 2 ਡੈਸ਼ ਲਾ ਲਓ। ਪਹਿਲਾਂ ਇਹ ਤੇ 10% 1000, ਫਿਰ ਇਹ ਤੇ 10% 100। ਠੀਕ ਹੈ ਜੀ। ਤੀਜੇ ਸਾਲ ਕੀ ਕਰੋ, ਕਿੰਨੇ ਆ ਗਏ ਤੋਂ ਪਹਿਲਾਂ 1 2 3 4, ਚਾਰਾਂ ਦੇ ਇੰਟਰਸਟ ਕੈਲਕੂਲੇਟ ਹੋ। 1 2 3 4 ਗਲਤੀ ਹੁੰਦੀ, ਚਾਰਾਂ ਦੀ ਕਰਨਾ, ਚਾਰੇ ਡੱਬਿਆਂ ਦੇ ਹਨ ਜਿਹੜੇ ਵੀ ਉਦੋਂ ਪਹਿਲਾਂ ਆ ਗਏ ਉਰੋਂ ਚੱਲ ਪਿਆ ਕਰੋ। ਪਹਿਲਾਂ ਆਹ ਡੱਬੇ ਤੇ ਗਏ, ਇਹਦਾ 10% 1000, ਫਿਰ ਇਹ ਤੋਂ ਇਹ ਤੇ ਅੱਗੇ ਇਹਦਾ 10% 100। ਐਂ ਲਾਈਨ ਜਿਹੀ 'ਚ ਬਣਾ ਲਿਆ ਕਰੋ, ਐਂ ਥੋੜ੍ਹਾ ਜਿਹਾ ਕੰਮ ਘੈਂਟ ਹੋ ਜਾਂਦਾ। ਉਰੇ ਪਹੁੰਚ ਕੇ ਫਿਰ ਇਹ ਤੇ ਆ ਜਾਓ, ਇਹਦਾ 10% 100, ਫਿਰ ਇਹਦਾ 10% 10। ਠੀਕ ਹੈ। ਸੁਣ, ਮੈਂ ਪਹਿਲੀ ਲਾਈਨ ਕੀ ਆਖਿਆ ਸੀ, ਕੀ ਹੁੰਦੀ ਹੈ ਸਿੰਪਲ ਇੰਟਰਸਟ। ਇੰਨੀ ਗੱਲ ਯਾਦ ਆ। ਸਾਰਾ ਕੀ ਹੁੰਦਾ ਕੰਪਾਊਂਡ ਇੰਟਰਸਟ। ਜੇ ਕਈ ਵਾਰ ਉਹ ਅਮਾਊਂਟ ਪੁੱਛ ਲੈ, ਮਿਲਿਆ ਪਿਛਲਾ ਕੁਛ ਨਾ ਅਮਾਊਂਟ ਤਾਂ ਨਹੀਂ ਕਰਾਇਆ ਹੈ ਨਾ, ਤਾਂ ਪ੍ਰਿੰਸੀਪਲ ਹੈ, ਆਹ ਕੰਪਾਊਂਡ ਇੰਟਰਸਟ ਆ, ਦੋਨਾਂ ਨੂੰ ਜੋੜ ਦਿਓ, ਸਾਰਾ ਕੀ ਬਣ ਜੂ ਅਮਾਊਂਟ। ਕਰਾਤਾ ਸੀ ਸ਼ਾਇਦ। ਠੀਕ ਹੈ। ਚਲੋ, ਉਹਦਾ ਕੁਐਸਚਨ ਕਹਿੰਦਾ ਕੰਪਾਊਂਡ ਇੰਟਰਸਟ ਉਰੇ 3 ਸਾਲ ਦਾ ਨਹੀਂ ਪੁੱਛਿਆ, ਕਿਤੇ ਕਾਲੀ ਕਾਲੀ 'ਚ ਡੁੱਕ ਦੂੰ ਵੀ 3310 ਗਲਤ ਹੋ ਜੂ। ਉਹਨੇ ਕੀ ਪੁੱਛਿਆ ਤੀਜੇ ਸਾਲ ਦਾ, ਸਿਰਫ ਤੀਜੇ। ਦੇਖੋ, ਇੱਕ ਤਾਂ ਮੈਂ ਕਹਿੰਦਾ ਕੰਪਾਊਂਡ ਇੰਟਰਸਟ 3 ਈਅਰ ਵੀ 3 ਸਾਲ ਦਾ, ਇੱਕ ਮੈਂ ਕਹਿੰਦਾ 3rd ਈਅਰ। ਨਿੱਕਾ ਜਿਹਾ ਆਰਡੀ ਨੇ ਕੁਐਸਚਨ ਉਹ ਕਰਤਾ ਹੈ ਨਾ, ਮਤਲਬ ਜੀ ਨਹੀਂ ਕਰਤਾ। ਤਾਂ ਸਿਰਫ ਤੀਜੇ ਸਾਲ ਦਾ ਮਤਲਬ ਉਹ ਆਹ ਪੁੱਛ ਰਿਹਾ ਹੈ, ਆਹ ਪੁੱਛ ਰਿਹਾ ਹੈ। ਕਿੰਨਾ ਬਣ ਗਿਆ ਸਿਰਫ ਤੀਜੇ ਸਾਲ ਦਾ 1000 1100 1200 1200 ਤੇ 10। ਤਾਂ ਸਿਰਫ ਤੀਜੇ ਸਾਲ ਦਾ ਕਿੰਨਾ ਬਣ ਗਿਆ 1200 ਤੇ 10। ਸਿਰਫ ਤੀਜੇ ਸਾਲ ਦਾ ਕਿੰਨਾ ਬਣ ਗਿਆ 1200 ਤੇ 10। ਲੱਗੀ ਗੱਲ ਸਮਝ ਸਾਰਿਆਂ ਨੂੰ। ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ। ਤਾਂ ਨੈਕਸਟ ਕੁਐਸਚਨ ਕੀ ਹੈ, ਕਹਿੰਦਾ ਕੰਪਾਊਂਡ ਇੰਟਰਸਟ 3rd, ਦੁਬਾਰੇ 3 ਸਾਲ ਨਹੀਂ ਕਹੇ 3rd, ਤੀਜਾ ਸਾਲ ਮਾਈਨਸ ਦੂਜਾ ਸਾਲ। ਤੀਜਾ ਸਾਲ ਕਿੰਨਾ ਹੈ ਆਹਾ, ਇਹ ਚੋਂ ਦੂਜਾ ਸਾਲ ਘਟਾ ਦਿਓ, ਇਹ ਚੋਂ ਦੂਜਾ ਸਾਲ ਘਟਾ ਦਿਓ। ਤੀਜੇ ਸਾਲ ਦਾ ਜੋੜ ਕਿੰਨਾ ਆ ਗਿਆ, ਤੀਜੇ ਸਾਲ ਦਾ ਕਿੰਨਾ ਆ ਗਿਆ 1000 1100 1200 1210। ਦੂਜੇ ਸਾਲ ਦਾ ਕਿੰਨਾ ਆ ਗਿਆ 1100। ਉਹ ਕਹਿੰਦਾ 1210 ਚੋਂ 1100 ਘਟਾ ਦਿਓ, ਪਿੱਛੇ ਕਿੰਨੇ ਬਚੇ 110। ਤਾਂ ਇਹਦਾ ਆਨਸਰ ਕਿੰਨਾ ਆ ਗਿਆ 110। ਡਰਨਾ ਨਹੀਂ, ਬਸ ਕੁਐਸਚਨ ਸਮਝਣਾ। ਉਹ ਕਹਿੰਦਾ ਤੀਜੇ ਸਾਲ ਚੋਂ ਦੂਜਾ ਸਾਲ ਘਟਾ ਦਿਓ। ਤੀਜਾ ਜੋੜਤਾ, ਦੂਜਾ ਜੋੜਤਾ, ਤੀਜੇ ਚੋਂ ਦੂਜਾ ਘਟਾਤਾ। ਤੁਸੀਂ ਐਂ ਵੀ ਘਟਾ ਸਕਦੇ ਸੀ ਵੀ 1000 ਨਾਲ 1000 ਉੱਡ ਜੂ, 100 ਨਾਲ 100 ਉੱਡ ਜੂ, ਪਿੱਛੇ 100 ਤੇ 10 ਬਚ ਗਏ 110। ਐਵੇਂ ਮੈਂ ਸਿੱਧਾ ਤਾਂ ਨਹੀਂ ਕਰਾਇਆ, ਤੁਸੀਂ ਉਲਝ ਜਾਂਦੇ। ਠੀਕ ਹੈ, ਤੁਹਾਨੂੰ ਦੋਨੇ ਤਰੀਕੇ ਨਾਲ ਦੱਸਤਾ, ਇਹ ਵੀ ਗੱਲ ਸਮਝ ਆ ਗਈ ਹੁਣ। ਅਗਲਾ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ 3 ਸਾਲ ਦਾ। ਹੁਣ ਦੇਖੋ, ਮੈਂ ਤੁਹਾਨੂੰ ਆਖਿਆ ਜਦੋਂ ਵੀ ਕੁਐਸਚਨ ਆ ਗਿਆ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ, ਸਿੰਪਲ ਇੰਟਰਸਟ ਕਿਹੜੀ ਲਾਈਨ ਹੁੰਦੀ ਹੈ ਸਰ ਜੀ, ਪਹਿਲੀ ਲਾਈਨ ਐਸ ਵਾਲੀ ਨਾ ਜੀ ਸਰ ਜੀ, ਐਸ ਵਾਲੀ। ਇਹਨੂੰ ਵਰਟੀਕਲ ਬੋਲਦੇ ਨੇ ਕਿ ਹੌਰੀਜ਼ੌਂਟਲ ਬੋਲਦੇ ਨੇ, ਤੁਸੀਂ ਆਪ ਹੀ ਦੇਖ ਲਿਓ। ਠੀਕ ਹੈ, ਹੁਣ ਇਹ ਨਾ ਕਿਉਂ ਕਿ ਪਤਾ ਨਹੀਂ, ਮੈਨੂੰ ਲੱਗਦਾ ਵਰਟੀਕਲ ਹੀ ਬੋਲਦੇ ਨੇ, ਹੈ ਨਾ। ਚਲੋ ਆ ਜਾਓ, ਪਤਾ ਹੀ ਹੈ ਮੈਨੂੰ। ਠੀਕ ਹੈ। ਉਹਨੇ ਕੀ ਪੁੱਛਿਆ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ। ਆਹ ਸਾਰਾ ਕੰਪਾਊਂਡ, ਸਾਰਾ ਕੀ ਹੈ ਸਰ ਜੀ ਕੰਪਾਊਂਡ ਇੰਟਰਸਟ ਹੈ। ਪਹਿਲੀ ਲਾਈਨ ਕੀ ਹੈ ਸਰ ਜੀ ਸਿੰਪਲ ਇੰਟਰਸਟ ਹੈ। ਜੇ ਮੈਂ ਕੀ ਪੁੱਛਿਆ ਵੀ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਦਾ ਮਤਲਬ ਪਤਾ ਕੀ ਹੁੰਦਾ ਵੀ ਯਾਰ ਇਸ ਕੰਪਾਊਂਡ ਉਹ ਇੰਟਰਸਟ ਦੱਸੋ ਯਾਰ ਜਿਹ 'ਚ ਸਿੰਪਲ ਨਹੀਂ ਆਇਆ, ਇਕੱਲਾ ਬਸ ਕੰਪਾਊਂਡ ਇੰਟਰਸਟ। ਦੁਬਾਰੇ ਦੱਸਦਾ ਮੈਂ ਕੀ ਹੁੰਦਾ। ਸਿੰਪਲ ਇੰਟਰਸਟ ਦਾ ਵੱਡਾ ਭਾਈ ਹੁੰਦਾ, ਐਂ ਲਾ ਲਓ ਵੀ ਸਿੰਪਲ ਇੰਟਰਸਟ ਦਾ ਆਉਂਦਾ ਹੀ ਆਉਂਦਾ, ਥੋੜ੍ਹਾ ਘਣਾ ਉਦੋਂ ਵੱਧ ਆਉਂਦਾ, ਘੱਟ ਨਹੀਂ ਆਉਂਦਾ। ਤਾਂ ਕੰਪਾਊਂਡ ਇੰਟਰਸਟ ਮੈਨੇ ਸਿੰਪਲ ਇੰਟਰਸਟ ਦਾ ਜਦੋਂ ਵੀ ਕੁਐਸਚਨ ਹੁੰਦਾ ਨਾ, ਤੁਹਾਨੂੰ ਐਂ ਪੁੱਛ ਦਿੰਦਾ ਵੀ ਵੱਧ ਕਿੰਨਾ ਆਇਆ, ਹੈ ਨਾ। ਤਾਂ ਤੁਸੀਂ ਕੀ ਕਰਨਾ ਵੀ ਸਿੰਪਲ ਇੰਟਰਸਟ ਛੱਡਣਾ, ਪਹਿਲੀ ਲਾਈਨ ਛੱਡ ਦਿਆ ਕਰੋ। ਕੰਪਾਊਂਡ ਇੰਟਰਸਟ ਮੈਨੇ ਸਿੰਪਲ ਕਿੰਨਾ ਬਚਿਆ ਪਿੱਛੇ 100 200 300 300 ਤੇ 10 300 ਤੇ 10। ਤੁਸੀਂ ਪਹਿਲਾਂ ਕਿਤੇ ਨਾ ਕਿਤੇ ਇਹਦੇ ਫਾਰਮੂਲੇ ਰੱਟੇ ਹੋਣੇ, 2 ਸਾਲ ਦਾ ਅੱਡ, 3 ਸਾਲ ਦਾ ਅੱਡ, 4 ਸਾਲ ਦਾ ਅੱਡ। ਕੋਈ ਫਾਰਮੂਲੇ ਰੱਟਣ ਦੀ ਲੋੜ ਨਹੀਂ, ਸਾਰੇ ਕੁਐਸਚਨ ਆਪਣੇ ਹੋ ਜਾਣਗੇ। ਠੀਕ ਹੈ, ਤਾਂ ਲੱਗੀ ਗੱਲ ਸਮਝ। ਚਲੋ ਤਾਂ 1-2 ਕੁਐਸਚਨ ਹੋਰ ਪਾਉਣੇ ਆਪਾਂ। ਪ੍ਰਿੰਸੀਪਲ ਤੁਹਾਨੂੰ ਦੇਤੀ 10000, ਪਹਿਲੇ ਸਾਲ ਦਾ ਰੇਟ R1 ਮਤਲਬ ਪਹਿਲੇ ਸਾਲ ਦਾ ਰੇਟ 10% ਕਹਿਤਾ, ਦੂਜੇ ਸਾਲ ਦਾ ਰੇਟ 20% ਕਹਿਤਾ, ਤੀਜੇ ਸਾਲ ਦਾ ਰੇਟ 30% ਕਹਿਤਾ। ਕੁਐਸਚਨ ਉਹ ਸਾਰੇ ਬਣ ਸਕਦੇ ਨੇ, ਹੈ ਨਾ, ਕੋਈ ਚੱਕਰ ਨਹੀਂ। ਮਤਲਬ ਹੁਣ ਆਪਣੇ ਕੋਲੇ ਰੇਟ ਸੇਮ ਨਹੀਂ ਹੈਗੇ ਆ, ਤਿੰਨੇ ਸਾਲਾਂ ਦਾ ਅੱਡ ਅੱਡ ਹੈ। ਮਤਲਬ ਸੇਮ ਵੀ ਹੋ ਸਕਦਾ ਹੈ, ਅੱਡ ਅੱਡ ਵੀ ਹੋ ਸਕਦਾ ਹੈ। ਠੀਕ ਹੈ, ਸੇਮ ਵਾਲਾ ਤਾਂ ਸਿੱਖ ਲਿਆ, ਅੱਡ ਅੱਡ ਵਾਲਾ ਵੀ ਸਿੱਖ ਲੈਣੇ ਆ। ਪੂਰੇ 10000 ਲਿਖੋ। ਅਸੀਂ ਹਮੇਸ਼ਾ ਨਾ ਜਦੋਂ ਵੀ ਕੁਐਸਚਨ ਸਟਾਰਟ ਕਰਨਾ ਪ੍ਰਿੰਸੀਪਲ ਲਿਖ ਕੇ ਸਟਾਰਟ ਕਰਨਾ। ਪੂਰੇ ਪ੍ਰਿੰਸੀਪਲ ਲਿਖਾਂਗੇ 10000, ਰੇਟ 10%, ਇਹਦਾ 10%, ਤਾਂ ਇਹਦਾ 10% ਕਿੰਨਾ ਹੋ ਗਿਆ 1000। ਤਾਂ ਅਗਲੇ ਸਾਲ ਇਹ 'ਤੇ ਵੀ
ਇਹ ਤੇ ਵੀ। ਪਰ ਹੁਣ ਕਾਲੀ ਗੱਲ 'ਚ 10% ਨਾ ਲਿਖਦੀ ਹੋ, ਇਹਦਾ ਪਹਿਲੇ ਸਾਲ ਨਿਬੜਿਆ ਆ, ਪਹਿਲੇ ਸਾਲ ਵਾਲੀ ਲਾਈਨ ਤੀ, ਹੁਣ ਦੂਜੇ ਸਾਲ ਵਾਲੀ ਲਾਈਨ ਚੱਲ ਪਈ। ਦੂਜੇ ਸਾਲ ਜਿਹੜਾ ਕੁਝ ਵੀ ਲਿਖੋਗੇ ਉਹ ਦੂਜੇ ਸਾਲ ਦੇ ਰੇਟ ਨਾਲ ਲਿਖਾਂਗੇ, ਮਤਲਬ 20% ਨਾਲ ਲਿਖਾਂਗੇ। ਸਰ ਪਹਿਲਾਂ ਤਾਂ ਲਿਖਿਆ ਨਹੀਂ ਕਿਉਂਕਿ ਪਹਿਲਾਂ ਰੇਟ 21 ਸੀ 3 ਸਾਲਾਂ ਦਾ, ਤਾਂ ਦੂਜੇ ਸਾਲ ਦਾ ਰੇਟ ਕਿੰਨੇ 20%। ਮਤਲਬ ਹੁਣ ਆਪਾਂ ਪ੍ਰਿੰਸੀਪਲ ਦਾ 10% ਨਹੀਂ ਦੇਖਾਂਗੇ, 10% ਦਾ 1000 ਸੀ ਤਾਂ 20% ਕਿੰਨਾ ਹੋ ਗਿਆ 2000। ਠੀਕ ਹੈ, ਹੁਣ ਅੱਧੇ ਬੱਚੇ ਕਾਲੀ ਗੱਲ 'ਚ ਇਹਦਾ ਵੀ 10% ਕੱਢ ਦਿੰਦੇ ਨਾ ਬਾਈ, ਦੂਜੇ ਸਾਲ ਤੇ ਆ ਗਏ। ਦੂਜੇ ਸਾਲ ਜਿਹੜੀ ਵੀ ਚੀਜ਼ ਲਿਖਣੀ ਹੈ ਦੂਜੇ ਸਾਲ ਦੇ ਹਿਸਾਬ ਨਾਲ, ਮਤਲਬ 20% ਦੇ ਹਿਸਾਬ ਨਾਲ। ਇਹਦਾ ਵੀ 20%, ਇਹਦਾ ਵੀ 20, ਇਹਦਾ 20 ਕਿੰਨਾ ਹੋ ਗਿਆ 200। ਹੁਣ ਸਮਝੇ ਗਏ ਹੋਗੇ। ਗੱਲ ਆ ਗਈ ਤੀਜੇ ਸਾਲ ਦੀ, ਉਹ ਬੜਾ ਦੂਰ ਜੇ ਵਗ ਗਿਆ, ਫਿਰ ਤੀਜਾ ਸਾਲ ਨਹੀਂ ਮੰਨਣਾ, ਆਪਾਂ ਨੇੜੇ ਜੇ ਲਿਖ ਲੈਂਦੇ ਹਾਂ, ਦੂਰੀਆਂ ਘਟਾ ਦਿੰਦੇ ਹਾਂ। ਠੀਕ ਹੈ, ਆ ਜਾਓ ਗੱਲ ਕਰੀਏ ਜੇ ਤੀਜੇ ਸਾਲ ਦੀ। ਤੀਜੇ ਸਾਲ ਰੇਟ ਕਿੰਨਾ 30%। ਸਰ ਜੀ ਤੀਜੇ ਸਾਲ ਜਿਹੜੀ ਵੀ ਚੀਜ਼ ਲਿਖਾਂਗੇ ਅਸੀਂ 30%। ਤੀਜੇ ਸਾਲ ਇੰਟਰਸਟ ਕਿਤੇ ਕਿਤੇ ਕੈਲਕੂਲੇਟ ਹੋ, ਇਹ ਤੇ ਵੀ, ਇਹ ਤੇ ਵੀ, ਇਹ ਤੇ ਵੀ, ਇਹ ਤੇ ਵੀ। ਸਰ ਜੀ ਚਾਰਾਂ ਤੇ। ਚਲੋ ਉਰੋਂ ਚੱਲ ਪਓ, ਇਹਦਾ 30% 3000, ਇਹਦਾ 30% 300, ਇਹਦਾ 30% 600। ਆ ਪਰਸੈਂਟ ਤਾਂ ਤੁਹਾਨੂੰ ਕੱਢ ਲਿਆਉਣੇ ਜਿੰਦੇ ਨੇ। ਇਹਦਾ 30%, ਇਹ ਸਾਰਾ ਤੁਹਾਨੂੰ ਸਿਖਾਇਆ ਹੋਇਆ ਹੈ। ਇਹਦਾ 30% 60। ਲੱਗੀ ਗੱਲ ਸਮਝ? ਚਲੋ ਜੀ ਆ ਸਾਰਾ ਕੀ ਆ ਗਿਆ ਸਰ ਜੀ ਕੰਪਾਊਂਡ ਇੰਟਰਸਟ 3 ਸਾਲ ਦਾ। ਆ ਕੀ ਆ ਗਿਆ ਸਰ ਸਿਰਫ ਪਹਿਲੇ ਸਾਲ ਦਾ। ਆ ਕੀ ਆ ਗਿਆ ਸਿਰਫ ਦੂਜੇ ਸਾਲ ਦਾ। ਆ ਕੀ ਆ ਗਿਆ ਸਿਰਫ ਤੀਜੇ ਸਾਲ ਦਾ। ਜੇ ਪਹਿਲੀ ਲਾਈਨ ਛੱਡ ਦਈਏ ਆ ਸਾਰਾ ਜੋੜ ਕੋਡ ਜਾਂ 600 300 200 ਸਾਰਿਆਂ ਨੂੰ ਜੋੜ ਦਾਂਗੇ, ਇਹ ਕੀ ਬਣ ਜੂਗਾ ਸਰ ਜੀ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ। ਜੇ ਵਿੱਚ ਪ੍ਰਿੰਸੀਪਲ ਵੀ ਜੋੜ ਦਿਆ, ਸਾਰੀ ਜੋੜ ਦੀ ਜਿੰਨਾ ਵੀ ਵਾਈਟ ਬੋਰਡ ਤੇ ਲਿਖਿਆ ਪਿਆ ਹੈ ਨਾ, ਇਹ ਕੀ ਬਣ ਜੂਗਾ ਸਰ ਜੀ ਅਮਾਊਂਟ, ਮਤਲਬ ਪ੍ਰਿੰਸੀਪਲ ਤੇ ਆ ਸਾਰਾ ਕੰਪਾਊਂਡ ਇੰਟਰਸਟ। ਕੁਐਸਚਨ ਤਾਂ ਅੱਗੇ ਤੁਸੀਂ ਕਰ ਲਓਗੇ ਸਮਝ ਕੇ ਵੀ ਜੇ ਰੇਟ ਅੱਡ ਆ ਗਿਆ ਡਰਨਾ ਨਹੀਂ ਅਸੀਂ, ਉਹ ਵੀ ਕੁਐਸਚਨ ਸਾਡਾ ਹੋ ਜਾਊਗਾ। ਠੀਕ ਹੈ, ਚਲੋ ਸਰ ਤੁਸੀਂ ਡਾਇਗਰਾਮ ਤਾਂ ਸਿਖਾਤੀ, ਠੀਕ ਹੈ ਜੀ ਸਰ, ਸਾਨੂੰ ਸਮਝ ਵੀ ਆ ਗਈ। ਠੀਕ ਹੈ ਜੀ ਸਰ, ਇਹ ਜਿਹੜੀ ਆਪਣੀ ਡਾਇਗਰਾਮ ਹੈ ਕੀ ਤੇ ਬਣਦੀ ਹੈ, ਸਾਨੂੰ ਕੀ ਪਤਾ ਹੋਣਾ ਚਾਹੀਦਾ ਪ੍ਰਿੰਸੀਪਲ। ਸਰ ਜੇ ਪੇਪਰ 'ਚ ਉਹਨੇ ਸਾਨੂੰ ਪ੍ਰਿੰਸੀਪਲ ਹੀ ਨਹੀਂ ਦੱਸੀ, ਹਾਂ ਯਾਰ ਇਹ ਤਾਂ ਮੈਂ ਸੋਚਿਆ ਹੀ ਨਹੀਂ, ਇਹਦਾ ਕੁਐਸਚਨ ਬੜਾ ਘੈਂਟ ਬਣ ਗਿਆ ਜੇ ਪੇਪਰ 'ਚ ਪ੍ਰਿੰਸੀਪਲ ਹੀ ਨਹੀਂ ਤੀ। ਚਲੋ ਦੇਖਦੇ ਹਾਂ ਹੁਣ ਨਾ, ਉਹਨੇ ਪਤਾ ਕੀ ਕਹਿਤਾ, ਕਹਿੰਦਾ ਜਿਹੜਾ ਰੇਟ ਆਫ ਇੰਟਰਸਟ ਹੈ 10% ਹੈ। ਰੇਟ ਆਫ ਇੰਟਰਸਟ ਕਿੰਨਾ ਹੈ 10%। ਟਾਈਮ ਕਿੰਨਾ ਦੱਸਤਾ, ਚਲੋ ਮੈਂ 3 ਸਾਲ ਲੈ ਕੇ ਚੱਲ ਪਿਆ। ਟਾਈਮ ਕਿੰਨਾ ਦੱਸਤਾ 3 ਸਾਲ। ਟਾਈਮ ਕਿੰਨਾ ਦੱਸਤਾ 3 ਸਾਲ। ਤੇ ਆਪਾਂ ਨੂੰ ਜੇ ਪ੍ਰਿੰਸੀਪਲ ਨਹੀਂ ਦਿੱਤੀ, ਕੁਛ ਤਾਂ ਦਿੱਤਾ ਹੋਊ, ਕੰਪਾਊਂਡ ਇੰਟਰਸਟ ਦਿੱਤਾ ਹੋਊ, ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਦਿੱਤਾ ਹੋਊ, ਅਮਾਊਂਟ ਦਿੱਤਾ ਹੋਊ। ਠੀਕ ਹੈ, ਸਿਰਫ ਤੀਜੇ ਸਾਲ ਦਾ ਦਿੱਤਾ ਹੋਊ, ਸਿਰਫ ਦੂਜੇ ਸਾਲ ਦਾ, ਸਿਰਫ ਪਹਿਲੇ ਸਾਲ ਦਾ, ਕੁਛ ਤਾਂ ਗਿਵਨ ਹੋ, ਕੁਛ ਤਾਂ ਮਤਲਬ ਕੁਛ ਵੀ। ਮੈਂ ਆਪਦੇ ਕੋਲੋਂ ਕੁਛ ਨੂੰ ਗਿਵਨ ਕੁਛ ਵੀ ਹੋ ਸਕਦਾ, ਮੈਂ ਮੰਨ ਕੇ ਚੱਲ ਪਿਆ ਤੁਹਾਨੂੰ ਗਿਵਨ ਹੈ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ, ਵੀ ਤੁਹਾਨੂੰ ਉਹਨੇ ਇਹ ਦੱਸਤਾ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ। ਤੁਹਾਨੂੰ ਪਤਾ ਉਹਨੇ ਕਿੰਨਾ ਕਹਿਤਾ 3100 ਰੁਪਇਆ। ਤੇ ਹੁਣ ਤੁਹਾਨੂੰ ਕੁਐਸਚਨ ਵੀ ਕੋਈ ਵੀ ਪੁੱਛ ਸਕਦਾ ਪ੍ਰਿੰਸੀਪਲ ਕਿੰਨੀ ਹੈ, ਕੰਪਾਊਂਡ ਇੰਟਰਸਟ ਕਿੰਨਾ, ਅਮਾਊਂਟ ਕਿੰਨੀ ਹੈ, ਜੋ ਉਹਦੇ ਦਿਲ 'ਚ ਆਇਆ। ਠੀਕ ਹੈ, ਦੇਖੋ ਆਪਣੀ ਜਿਹੜੀ ਡਾਇਗਰਾਮ ਹੈ ਨਾ ਉਹ ਪ੍ਰਿੰਸੀਪਲ ਨਾਲ ਹੀ ਹੈ। ਜੇ ਪ੍ਰਿੰਸੀਪਲ ਗਿਵਨ ਹੈ ਠੀਕ ਹੈ, ਜੇ ਪ੍ਰਿੰਸੀਪਲ ਨਹੀਂ ਗਿਵਨ ਤਾਂ ਯਾਦ ਕਰਿਓ, ਯਾਦ ਨਹੀਂ ਕਰਨਾ, ਸਮਝਣਾ ਹੈ। ਆਪਾਂ ਪ੍ਰਿੰਸੀਪਲ ਲੈਟ ਕਰਾਂਗੇ, ਪ੍ਰਿੰਸੀਪਲ ਲੈਟ ਕਰਾਂਗੇ। ਸਰ ਕਿੰਨੀ ਵੀ ਲੈਟ ਕਰ ਲਈਏ, ਸਰ ਸਾਡੀ ਫੇਵਰੇਟ 100 ਲੈਟ ਕਰ ਲਈਏ, ਬਾਈ ਕਰ ਸਕਦੇ ਹੋ 100 ਵੀ ਲੈਟ ਕਰ ਸਕਦੇ, ਕੋਈ ਚੱਕਰ ਨਹੀਂ। 1 10 20 30 40 50 60 100 ਲੱਖ ਜਿੰਨਾ ਤੁਹਾਡਾ ਜੀ ਕਰਦਾ ਕਰ ਸਕਦੇ। ਪਰ ਜੇ ਖਪੀ ਗਏ ਫਿਰ ਮੈਨੂੰ ਨਾ ਕਹੀਓ, ਠੀਕ ਹੈ, ਤੁਸੀਂ ਆਪ ਚੂਜ਼ ਕੀਤਾ ਤਾਂ ਪਤਾ। ਆਪਾਂ ਪ੍ਰਿੰਸੀਪਲ ਕੋਈ ਵੀ ਮੰਨ ਸਕਦੇ ਹਾਂ, ਪਰ ਆਪਾਂ ਪ੍ਰਿੰਸੀਪਲ ਇਹੋ ਜਿਹੀ ਮੰਨ ਸਕਦੇ ਹਾਂ ਵੀ ਯਾਰ ਅਸੀਂ ਐਨ ਜਮਾ ਸ਼ੌਂਕੀਆ ਕੈਲਕੂਲੇਸ਼ਨ ਕਰੀਏ, ਲਾਸਟ ਤੱਕ ਐਨ ਪੂਰਾ ਸ਼ੌਂਕ ਨਾਲ ਜਾਈਏ। ਠੀਕ ਹੈ ਸਰ, ਨਹੀਂ ਪਤਾ ਲੱਗਿਆ ਕੀ ਕਹਿ ਗਏ ਤੁਸੀਂ। ਦੇਖੋ ਤੁਸੀਂ ਪ੍ਰਿੰਸੀਪਲ ਪਤਾ ਕਿਵੇਂ ਮੰਨਣੀ ਹੈ, ਇਹ ਇੱਕ ਤਰੀਕੇ ਦੱਸਦਾ, ਮੇਰੇ ਨਾਲ ਸੌਖੇ ਰਹਾਂਗੇ, ਮੰਨ ਕੋਈ ਵੀ ਸਕਦੇ ਹੋ, ਪਰ ਐਵੇਂ ਮੰਨ ਲਓਗੇ ਤਾਂ ਜ਼ਿਆਦਾ ਵਧੀਆ। ਰੇਟ ਦੀ ਫਰੈਕਸ਼ਨ ਵੈਲਿਊ ਬਣਾ ਲਓ। ਫਰੈਕਸ਼ਨ ਵੈਲਿਊ ਤਾਂ ਪਤਾ ਹੈ ਵੀ ਪਰਸੈਂਟ ਹਟਾਓ ਡਿਵਾਈਡ ਬਾਈ 100, ਇਹ 10 ਦੀ ਤਾਂ ਸਾਰਿਆਂ ਨੂੰ ਪਤਾ ਹੈ ਵੀ 1/10 ਹੁੰਦੀ ਹੈ ਨਾ। ਤੁਸੀਂ ਨਾ ਉੱਪਰਲੀ ਵੈਲਿਊ ਨਹੀਂ ਦੇਖਣੀ, ਉੱਪਰ ਚਾਹੇ 1 ਹੈ 2 ਹੈ 3 ਹੈ 4 ਹੈ 5 ਹੈ, ਉੱਪਰ ਕਿੰਨਾ ਮਰਜ਼ੀ ਹੋਵੇ, ਨਿਚਲੀ ਵੈਲਿਊ ਦੇਖਣੀ। ਨੀਚੇ ਕੀ ਆ ਗਿਆ 10, ਨੀਚੇ ਕੀ ਆ ਗਿਆ 10, ਮਤਲਬ 10 ਤੇ ਇਹਦੀ ਪਾਵਰ ਪਤਾ ਕਿੰਨੀ ਮੰਨਾਂਗੇ, ਜਿੰਨਾ ਟਾਈਮ ਹੈ। ਟਾਈਮ ਕਿੰਨਾ 3, ਮੈਂ ਉਰੇ ਲਿਖ ਦੇਣਾ ਐਰੋ ਜਿਹਾ ਬਣਾ ਕੇ ਵੀ ਤੁਹਾਨੂੰ ਸਮਝ ਆ ਜਾਊ। ਜਿਹੜਾ 10 ਹੈ ਪ੍ਰਿੰਸੀਪਲ ਲੈਟ ਕਿਵੇਂ ਕਰਾਂਗੇ, ਪਹਿਲਾਂ ਫਰੈਕਸ਼ਨ ਬਣਾਵਾਂਗੇ, ਫਿਰ ਜਿਹੜਾ ਨੀਚੇ ਵਾਲਾ 10 ਲਿਖ ਲਾਂਗੇ, ਜਿਹੜਾ ਟਾਈਮ ਹੈ ਉਹ ਕੀ ਕਰ ਦਾਂਗੇ ਉਹਦੀ ਪਾਵਰ, ਮਤਲਬ ਪ੍ਰਿੰਸੀਪਲ ਆਪਾਂ ਪਤਾ ਕਿੰਨੀ ਮੰਨਾਂਗੇ 10 ਦੀ ਪਾਵਰ 3, ਮਤਲਬ ਕਿ ਕਿੰਨੀ ਮੰਨਾਂਗੇ 1000। ਕਾਹ ਤੋਂ ਮੰਨੀ ਹੈ ਦੱਸੂਗਾ, ਠੀਕ ਹੈ, ਜ਼ਰੂਰੀ ਨਹੀਂ ਹੁਣ ਹਰ ਵਾਰੀ 1000 ਮੰਨਾਂਗੇ। ਹੁਣ ਜਿਵੇਂ ਦੇਖੋ ਪ੍ਰਿੰਸੀਪਲ ਮੈਂ 1000 ਮੰਨ ਲਈ, ਲੈਟ ਕੀਤੀ ਹੈ ਮੈਂ, ਪ੍ਰਿੰਸੀਪਲ ਕੀ ਮੰਨ ਲਈ 1000 ਮੰਨ ਕੇ ਨਾ ਮੈਂ ਡਾਇਗਰਾਮ ਬਣਾ ਦੂੰਗਾ। ਰੇਟ ਕਿੰਨਾ ਹੈ 10%। ਹੁਣ ਦੱਸੋ 1000 ਦਾ 10% ਕਿੰਨਾ ਹੈ ਸਰ ਜੀ 100।
अगले साल रेट तो सेम है 10%, ਇਹਦਾ 10% ਕਿੰਨਾ ਆ ਗਿਆ ਸਰ ਜੀ 100, ਇਹਦਾ 10% ਕਿੰਨਾ ਆ ਗਿਆ ਸਰ ਜੀ 10, ਅਗਲੇ ਸਾਲ ਤੇ ਇਹਦਾ 10% ਕਿੰਨਾ ਆ ਗਿਆ ਸਰ ਜੀ 100, ਇਹਦਾ 10% ਸਰ ਜੀ 10, ਇਹਦਾ 10% 10, ਇਹਦਾ 10% 1। ਤਾਂ ਨਾ ਜਦੋਂ ਪ੍ਰਿੰਸੀਪਲ ਅਸੀਂ ਐਵੇਂ ਮੰਨਿਆ ਕਰਾਂਗੇ ਤਾਂ ਜਮਾ ਲਾਸਟ ਲਈ 1 ਆਇਆ ਕਰੂ, ਮਤਲਬ ਸਾਨੂੰ ਕਿਤੇ ਵੀ ਪੁਆਇੰਟਾਂ 'ਚ ਨਹੀਂ ਆਊਗਾ, ਨਾ ਤਾਂ ਵੱਧਵੀਂ ਜੀ ਕੈਲਕੂਲੇਸ਼ਨ ਆਊਗੀ ਕਿਤੇ ਲਾਸਟ ਲਈ 16 17 ਵਜੇ ਨਾ, ਲਾਸਟ ਲਈ ਵੀ 1 ਆਊਗਾ, ਮਤਲਬ ਜਮਾ ਪੂਰੀ ਸੂਰੀ ਜੀ ਜਮਾ ਐਨ ਪਰਫੈਕਟ ਕੈਲਕੂਲੇਸ਼ਨ ਆਊਗੀ। 10 ਦੀ ਪਾਵਰ 3 ਕਾਹਤੋਂ ਕੀਤੀ, ਕਿਉਂਕਿ ਤਿੰਨ ਡਾਇਗਰਾਮਾਂ ਬਣਨੀਆਂ, 3 ਵਾਰੀ 10 ਨਾਲ ਡਿਵਾਈਡ ਹੋਊਗਾ। ਦੇਖੋ ਪਹਿਲੀ ਵਾਰੀ ਉਰੇ 10 ਨਾਲ ਡਿਵਾਈਡ, ਉਰੇ ਵੀ ਪਹਿਲੀ ਵਾਰੀ ਹੈ ਕਿਉਂਕਿ ਆ ਪਹਿਲੀ ਵਾਰੀ ਹੈ ਨਾ, ਆ ਵੀ ਪਹਿਲੀ ਵਾਰੀ, ਦੂਜੀ ਵਾਰੀ ਉਰੇ ਡਿਵਾਈਡ, ਤੀਜੀ ਵਾਰੀ ਉਰੇ, 3 ਵਾਰੀ 10 ਨਾਲ ਡਿਵਾਈਡ ਹੁੰਦਾ, ਤਾਂ ਹੀ ਆਪਾਂ ਨੇ 10 ਦੀ ਪਾਵਰ ਕੀ ਕਰਤੀ 3। ਤਾਂ ਸਮਝ ਕੇ ਪ੍ਰਿੰਸੀਪਲ ਕਿਵੇਂ ਲੈਟ ਕਰਨੀ ਹੈ, ਪ੍ਰਿੰਸੀਪਲ ਲੈਟ ਕਰਕੇ ਡਾਇਗਰਾਮ ਬਣਾ ਲਓ। ਹੁਣ ਜਿਹੜੀ ਚੀਜ਼ ਤੁਹਾਨੂੰ ਗਿਵਨ ਹੈ ਉਹਨੂੰ ਰਿਲੇਟ ਕਰਾ ਦਿਓ। ਜੇ ਤੁਹਾਨੂੰ ਕਿਹਾ ਕੰਪਾਊਂਡ ਇੰਟਰਸਟ ਮਤਲਬ ਸਾਰੇ ਦਾ ਜੋੜ ਗਿਵਨ ਹੈ, ਜੇ ਤੁਹਾਨੂੰ ਕਹਤਾ ਕੰਪਾਊਂਡ ਮਾਈਨਸ ਸਿੰਪਲ, ਚਲੋ ਮੈਂ ਪਹਿਲਾਂ ਕੁਛ ਨਹੀਂ ਕਰਾਉਣਾ, ਤੁਹਾਨੂੰ ਕੀ ਗਿਵਨ ਹੈ ਕੰਪਾਊਂਡ ਮਾਈਨਸ ਸਿੰਪਲ, ਪਹਿਲੀ ਲਾਈਨ ਲਕੋ ਲਿਆ ਕਰੋ। ਤੁਹਾਡੇ ਅਕੋਰਡਿੰਗ ਕੰਪਾਊਂਡ ਮਾਈਨਸ ਸਿੰਪਲ ਕਿੰਨਾ ਹੈ 10 20 30 ਤੇ ਤੁਹਾਡੇ ਅਕੋਰਡਿੰਗ ਕੰਪਾਊਂਡ ਇੰਟਰਸਟ ਮਾਈਨਸ ਸਿੰਪਲ ਇੰਟਰਸਟ ਤੁਹਾਡੇ ਅਕੋਰਡਿੰਗ ਮਤਲਬ ਡਾਇਗਰਾਮ ਦੇ ਅਕੋਰਡਿੰਗ ਕਿੰਨਾ 31, ਪਰ ਕੁਐਸਚਨ ਦੇ ਅਕੋਰਡਿੰਗ ਕਿੰਨਾ 3100 ਰੁਪਇਆ। 1 ਯੂਨਿਟ ਦੀ ਵੈਲਿਊ ਕਿਹਦੇ ਬਰਾਬਰ ਆ ਗਈ 100 ਰੁਪਇਆ, 1 ਯੂਨਿਟ ਦੀ ਵੈਲਿਊ ਕਿਹਦੇ ਬਰਾਬਰ ਆ ਗਈ 100 ਰੁਪਇਆ। ਤਾਂ ਪ੍ਰਿੰਸੀਪਲ ਕਿੰਨੀ ਹੈ 1000, ਪ੍ਰਿੰਸੀਪਲ ਕਿੰਨੀ ਹੈ 1000। ਜੇ 1 ਯੂਨਿਟ ਦੀ ਵੈਲਿਊ 100 ਹੈ ਤਾਂ 1000 ਦੀ ਵੈਲਿਊ ਕਿਹਦੇ ਬਰਾਬਰ ਹੋਈ 3 ਜ਼ੀਰੋ ਐਵੇਂ ਨਾਲ 2 ਜ਼ੀਰੋ ਲਾ ਦਾਂਗੇ, ਮਤਲਬ ਕਿ ਪ੍ਰਿੰਸੀਪਲ ਕਿੰਨੀ ਹੈ 1 ਲੱਖ, ਪ੍ਰਿੰਸੀਪਲ ਕਿੰਨੀ ਹੈ 1 ਲੱਖ। ਸਮਝ ਗਏ, ਜੇ ਸਮਝ ਗਏ ਬਾਲਾ ਵਧੀਆ, ਜੇ ਨਹੀਂ ਸਮਝੇ ਵੀਡੀਓ ਬੈਕ ਕਰ ਲਿਓ। ਮਤਲਬ ਨਾ ਜੇ ਸਾਨੂੰ ਪ੍ਰਿੰਸੀਪਲ ਨਹੀਂ ਦਿੱਤੀ, ਪ੍ਰਿੰਸੀਪਲ ਲੈਟ ਕਰਕੇ ਡਾਇਗਰਾਮ ਬਣਾ ਲਾਂਗੇ, ਜਿਹੜੀ ਚੀਜ਼ ਗਿਵਨ ਹੈ ਉੱਥੋਂ 1 ਯੂਨਿਟ ਦੀ ਵੈਲਿਊ ਕੱਢ ਲਾਂਗੇ। ਤਾਂ ਸਾਰਿਆਂ ਨੇ ਕੀਤੇ ਹੋਇਆ ਵੀ ਇਹਦੀ ਵੈਲਿਊ ਆਹ, 1 ਦੀ ਵੈਲਿਊ ਆਹ, ਪ੍ਰਿੰਸੀਪਲ ਆ ਸੀ। ਜੇ ਸਾਨੂੰ ਪੁੱਛ ਲੈਂਦਾ ਕੰਪਾਊਂਡ ਇੰਟਰਸਟ ਕਿੰਨਾ, ਫਿਰ ਅਸੀਂ ਕੀ ਕਰਦੇ 100 200 300 330 331, ਫਿਰ ਅਸੀਂ ਕਹਿੰਦੇ 331 ਦੀ ਵੈਲਿਊ, 1 ਯੂਨਿਟ ਦੀ ਵੈਲਿਊ ਕਿੰਨੀ ਆ ਗਈ 100, 331 ਦੀ ਵੈਲਿਊ। ਹੁਣ ਤੁਸੀਂ ਬਾਰ-ਬਾਰ ਕਹੋਗੇ ਸਰ 100 ਵੈਲਿਊ 100, ਬਈ ਮੈਂ ਯਾਰ ਕੈਲਕੂਲੇਸ਼ਨ ਕੁਛ ਨਾ ਆਪਦੇ ਕੋਲ ਸੌਖਾ ਜਿਹਾ ਪਾਈ ਜਾਂਦਾ ਹੈ ਨਾ, ਤਾਂ ਹੋਈ ਜਾਂਦਾ ਕੰਮ ਹੈ ਨਾ। ਸਮਝ ਗਏ ਗੱਲ, ਵੀ ਤੁਹਾਨੂੰ ਕੋਈ ਵੀ ਚੀਜ਼ ਗਿਵਨ ਹੈ, ਕਈ ਵਾਰ ਪਤਾ ਉਹ ਕੀ ਕਰਦਾ ਹੈ, ਕਈ ਵਾਰ ਉਹ ਕੀ ਕਰਦਾ ਗਿਵਨ ਆਪਾਂ ਨੂੰ, ਜਿਵੇਂ ਆਹ ਕੰਪਾਊਂਡ ਇੰਟਰਸਟ ਮੈਨੇ ਸਿੰਪਲ ਇੰਟਰਸਟ ਨਾ ਆਹ ਕੁਐਸਚਨ ਬਣਦਾ, ਇਹ ਆਪਾਂ ਨੂੰ ਪਤਾ ਕਹਿੰਦਾ ਚਲੋ ਦੁਬਾਰੇ ਠੀਕ ਹੈ, ਆਪਾਂ ਨੂੰ ਮਤਲਬ ਕੋਈ ਵੀ ਵੈਲਿਊ ਦੇ ਸਕਦਾ। ਹੁਣ ਆਪਾਂ ਨੂੰ ਕੀ ਦਿੱਤਾ ਸਿਰਫ ਤੀਜੇ ਸਾਲ ਦਾ ਡਾਇਗਰਾਮ, ਆਪਾਂ ਨੇ ਇਹਨਾਂ ਦੋਨਾਂ ਦੀ ਬਣਾਉਣੀ ਹੈ ਰੇਟ ਤੇ ਟਾਈਮ ਤੋਂ। ਹੁਣ ਤੁਹਾਡੇ ਦਿਮਾਗ 'ਚ ਆਊਗਾ ਸਰ ਜੇ ਰੇਟ ਤੇ ਟਾਈਮ 'ਚੋਂ ਵੀ ਨਾ ਕੁਛ ਦਿੱਤਾ ਹੋਇਆ, ਕੋਈ ਗੱਲ ਨਹੀਂ, ਠੀਕ ਹੈ, ਜਿਵੇਂ ਜਿਵੇਂ ਕੁਐਸਚਨ ਹੋਣਗੇ ਅੱਗੇ ਦੇਖੀ ਚੱਲੋ, ਇੱਕ ਵਾਰੀ ਸਿੱਖੀ ਚੱਲੋ। ਜੇ ਪ੍ਰਿੰਸੀਪਲ ਗਿਵਨ ਹੈ ਤਾਂ ਵੀ ਸਿੱਖਿਆ, ਤਾਂ ਜੇ ਪ੍ਰਿੰਸੀਪਲ ਨਹੀਂ ਗਿਵਨ ਲੈਟ ਕਰ ਲਾਂਗੇ। ਹੁਣ ਸਾਨੂੰ ਕੀ ਗਿਵਨ ਹੈ ਸਿਰਫ ਤੀਜੇ ਸਾਲ ਦਾ, ਸਿਰਫ ਤੀਜੇ ਸਾਲ ਦਾ ਕਿੰਨਾ ਬਣਿਆ 100 10 20 21 121। ਸਾਡੇ ਅਕੋਰਡਿੰਗ ਸਿਰਫ ਤੀਜੇ ਸਾਲ ਦਾ ਕਿੰਨਾ ਆ ਗਿਆ 121, ਪਰ ਕੁਐਸਚਨ ਦੇ ਅਕੋਰਡਿੰਗ 1 ਯੂਨਿਟ ਦੀ ਵੈਲਿਊ 10 ਰੁਪਏ। ਜੇ ਹੁਣ ਪ੍ਰਿੰਸੀਪਲ ਪੁੱਛੂਗਾ ਤਾਂ 100 ਯੂਨਿਟ ਦੀ ਵੈਲਿਊ 1000 ਯੂਨਿਟ ਦੀ ਵੈਲਿਊ ਕਿਹਦੇ ਬਰਾਬਰ ਆ ਗਈ 10000। ਸਮਝ ਗਏ, ਠੀਕ ਹੈ, ਚਲੋ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਹਾਂਜੀ, ਅੱਗੇ ਆਪਾਂ ਨੇ ਕਰਨਾ ਸੀ ਨਾ ਕੁਆਟਰਲੀ ਤੇ ਹਾਫ ਈਅਰਲੀ, ਪਰ ਮੈਨੂੰ ਲੱਗਿਆ ਵੀ ਹਜੇ ਤੁਹਾਨੂੰ ਇੱਕ ਵਾਰੀ ਪਹਿਲਾਂ ਆਹ ਵੀਡੀਓ ਦੇਖ ਕੇ ਪੂਰੀ ਇਹਦੀ ਪ੍ਰੈਕਟਿਸ ਕਰ ਲੈਣੀ ਚਾਹੀਦੀ ਹੈ ਨਾ, ਫਿਰ ਤੁਹਾਨੂੰ ਜ਼ਿਆਦਾ ਨਾ ਹੋ ਜਾਏ ਹੈ ਨਾ। ਤਾਂ ਵੀਡੀਓ ਦੇ ਵਿੱਚ ਕਾਫੀ ਸਾਰਾ ਕੰਟੈਂਟ ਜਿਹੜਾ ਆਪਾਂ ਮਤਲਬ ਆਫਲਾਈਨ ਕਲਾਸ ਦੇ ਵਿੱਚ 1.5 ਘੰਟੇ ਦਾ ਕੰਮ ਹੁੰਦਾ, ਉਹ 30-40 ਮਿੰਟ ਦੇ ਵਿੱਚ ਹੀ, ਕਿਉਂਕਿ ਡਿਸਟਰਬੈਂਸ ਨਹੀਂ ਹੁੰਦੀ, ਹੋ ਜਾਂਦਾ। ਤਾਂ ਇਹ ਕਲਾਸ ਤੁਸੀਂ ਇਹੋ ਜਿਹੇ ਡਾਈਜੈਸਟ ਕਰੋ, ਹਜਮ ਕਰੋ, ਅਤੇ ਫਿਰ ਆਪਾਂ ਸੈਕਿੰਡ ਪਾਰਟ ਤੁਹਾਨੂੰ ਪ੍ਰੋਵਾਈਡ ਕਰਾਂਗੇ, ਉਹਦੇ ਵਿੱਚ ਆਪਾਂ ਕੁਆਟਰਲੀ ਹਾਫ ਈਅਰਲੀ ਜਾਂ ਕੁਐਸਚਨਸ ਪ੍ਰੈਕਟਿਸ ਕਰਨ ਲੱਗ ਜਾਂਗੇ। ਠੀਕ ਹੈ, ਚਲੋ ਇੱਕ ਵਾਰੀ ਇਹਦੀ ਪ੍ਰੈਕਟਿਸ ਕਰਨੀ ਹੈ, ਇਹਨੂੰ ਧਿਆਨ ਨਾਲ ਸਮਝਣਾ। ਬੇਸ ਇਹੀ ਹੈ, ਸਾਰੇ ਜਿਹੜੇ ਸਟਾਰਟਿੰਗ 'ਚ ਤਰੀਕੇ ਸੀ ਉਹ ਵੀ ਸਿੱਖਿਓ, ਪ੍ਰੋਪਰ ਇਹਦੇ ਨੋਟਸ ਬਣਾਈਓ। ਠੀਕ ਹੈ, ਚਲੋ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ, ਹੈਵ ਅ ਨਾਈਸ ਡੇ।